दावा भी करते हैं इंडस्ट्री वाले कि जे सानू जिम्मेवारी दोगे पंजाब दे विच एक भी किसान खेत दे विच पराली दी फसल नूं अग नहीं लाएगा। पंजाब विच अग लगनी बंद हो सकती है जे इस तरह के प्लांट पंजाब विच लगन। पराली साड़ते सी जिंदे नाल पॉल्यूशन हुंदा सी उनदे नाल हुण तुहाडी बिजली जनरेट हो रही है। इत्थों ही जिहड़ी हुण अगे तारां दे जरिए खंभियां दे जरिए हुण बिजली अगे जाएगी। ट्रांसफार्मर तो हुण सरकार कोले जा रही है जी बिजली। हर पिंड दे विच 3-3 जो 4-4 बेलर हो जाएंगे तो फिर पराली नूं अग नहीं लगेगी। बेसिकली आ बायोमास इंडस्ट्री है जिन्होंने वेस्ट टू एनर्जी कहने आ वरदान साबित हुई है साढ़े फिरोजपुर वास्ते। आज जो तुम वेखोगे कितने धुआं नहीं है, आसमान तुहानूं नीला नज़र आ रहा है वो बिकॉज ऑफ दिस इंडस्ट्री। सानू असीं मौज नाल बैठे सी, सारे कहते ना बिजली नहीं आऊगी, गर्मी चाहे नहीं हो, कोयला खत्म हो गया, कोयला दे नहीं रहे ते आपां नूं पता सी बिजली मिल जानी है। ਇਹਦਾ ਇਹੀ ਫਾਇਦਾ ਸਾਨੂੰ, ਇੱਕ ਤਾਂ ਲੇਬਰ ਸੌਖੀ ਰਹਿੰਦੀ ਹੈ ਜੀ। ਜੇ ਆਪਾਂ ਪੰਡਾਂ ਸਿਰ ਤੇ ਨਹੀਂ ਚੱਕਣੀਆਂ ਪੈਂਦੀਆਂ, ਲੋਡਰ ਨਾਲ ਚੱਕਣਾ, ਲੋਡਰ ਨਾਲ ਰੱਖਣਾ, ਰੱਖ ਰਖਾਵ ਸੌਖਾ ਜੀ ਤੇ ਲੇਬਰ ਨੂੰ ਵੀ ਪ੍ਰੋਬਲਮ ਨਹੀਂ ਆਉਂਦੀ ਤੇ ਸਾਨੂੰ ਵੀ ਪੂਰਾ ਵਾਹਣ ਚੱਕਿਆ ਮਿਲ ਜਾਂਦਾ ਹੈ। मतलब इनके नाल बिजली इन्नी हो सकती है भी जेड़ा कोले नूं साड़ना ही नहीं पैना। एक फार्मर तो लैके एक लेबरर तक ते एक कंट्रैक्टर तक सारे इस इंडस्ट्री तो पैसे कमाते हैं। लो जी, झोने की फसल तुहानूं नज़र आ रही होएगी, खड़ी फसल है तो इस वेले झोने का पूरा सीजन चल रहा है। मंडियां दे विच झोने की फसल पक के आ रही है तो नाल ही नाल पराली का धुआं भी इस वेले वड्डी समस्या बनिया होया। तमाम तरह दीयां चर्चावां वो पंजाब दे विच ने, पूरे भारत दे विच ने, खास करके उत्तरी खेतर दे विच ने कि पराली की समस्या तो चाहे पिछलियां सरकारां सी चाहे मौजूदा सरकार है, इहदे उत्ते तमाम तरह के सवाल खड़े हुंदे ने कि जी सरकारां प्रबंध नहीं करदियां जी, ऐदां नहीं करदियां जी, उदां नहीं करदियां। असल दे विच अज तुहानूं एक चीज़ दिखाणी है जिथे पराली दीयां गट्ठां तो बिजली बनदी है ते मुनाफा भी हुंदा है ते ਇਹ दावा भी करते हैं जिन्हां नाल असीं गल करांगे। ਇਹ दावा भी करते हैं इंडस्ट्री वाले कि जे सानू तुसीं जिम्मेवारी दिओगे पंजाब दे विच एक भी किसान खेत दे विच पराली दी फसल नूं अग नहीं लाएगा। ਤਾਂ ਜਦੋਂ ਝੋਨੇ ਦੀ ਫਸਲ ਦੇ ਉੱਤੇ ਕੰਬਾਈਨ ਚੱਲ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਕਿਸਾਨ ਹੈ ਉਹ ਕੀ ਕਰਦਾ ਹੈ, ਉਸ ਤੋਂ ਬਾਅਦ ਜਾਂ ਤਾਂ ਮਜਬੂਰ ਹੋ ਜਾਂਦਾ ਅੱਗ ਲਾਉਣ ਵਾਸਤੇ ਜਾਂ ਫਿਰ ਇੰਡਸਟਰੀ ਨਹੀਂ ਹੁੰਦੀ, ਕਿਉਂਕਿ ਪੰਜਾਬ ਦੇ 23 ਜ਼ਿਲ੍ਹੇ ਨੇ, ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਹੋ ਜਿਹੀ ਇੰਡਸਟਰੀ ਨਹੀਂ ਹੈਗੀ। ਪਰ ਜਿੱਥੇ ਇੰਡਸਟਰੀ ਹੈ ਉੱਥੇ ਤੁਹਾਨੂੰ ਲੈ ਕੇ ਆਏ ਹਾਂ। ਇੰਡਸਟਰੀ ਦੀ ਖਾਸ ਕਰਕੇ ਕੋਸ਼ਿਸ਼ ਹੈ ਕਿ ਇਹ ਵਿਖਾਈਏ ਕਿ ਕਿਸ ਤਰੀਕੇ ਨਾਲ ਪਰਾਲੀ ਦੀਆਂ ਗੱਠਾਂ ਤੋਂ ਬਿਜਲੀ ਬਣਦੀ ਹੈ। ਉਸ ਤੋਂ ਬਾਅਦ ਜਦੋਂ ਫਸਲ ਜਿਹੜੀ ਹੈ ਉਹ ਫੁੱਟ 1.5 ਫੁੱਟ ਰਹਿ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਪਹਿਲਾਂ ਰੀਪਰ ਕਰਦੇ ਆ। ਰੀਪਰ ਕਰਨ ਤੋਂ ਬਾਅਦ ਇਹ ਤੁਹਾਨੂੰ ਪਿੱਛੇ ਨਜ਼ਰ ਆ ਰਹੀ ਹੋਏਗੀ, ਇਹ ਰੈਕ ਕੀਤੀ ਹੋਈ ਹੈ। ਇਸ ਨੂੰ ਮਤਲਬ ਤਰਤੀਬ ਦੇ ਵਿੱਚ ਆਪਾਂ ਕਹਿ ਦਈਏ ਜਿੱਦਾਂ ਸਕੂਲ ਦੇ ਵਿੱਚ ਕਤਾਰਾਂ ਲਾਈਨਾਂ ਉਹ ਬਣੀਆਂ ਹੁੰਦੀਆਂ ਸਨ, ਤਾਂ ਇੱਕ ਤਰੀਕੇ ਨਾਲ ਜਦੋਂ ਪਰਾਲੀ ਦੀ ਫਸਲ ਵੱਢਣ ਤੋਂ ਬਾਅਦ ਇਸ ਨੂੰ ਖੇਤਾਂ ਦੇ ਵਿੱਚ ਰੀਪਰ ਕਰਕੇ ਖਿਲਾਰ ਦਿੱਤਾ ਜਾਂਦਾ ਹੈ। ਖਿਲਾਰਨ ਤੋਂ ਬਾਅਦ ਜਦੋਂ ਇਹ ਸੁੱਕ ਜਾਂਦੀ ਹੈ, ਸੁੱਕਣ ਤੋਂ ਬਾਅਦ ਫਿਰ ਇਸ ਨੂੰ ਖੇਤਾਂ ਦੇ ਵਿੱਚ ਇਸ ਤਰ੍ਹਾਂ ਲੰਮੀਆਂ ਕਤਾਰਾਂ ਬਣਾ ਕੇ ਰੱਖ ਲਿਆ ਜਾਂਦਾ ਤੇ ਉਹ ਮਸ਼ੀਨ ਉਹ ਚੱਲ ਰਹੀ ਹੈ ਜਿਸ ਨੂੰ ਬੈਲਰ ਦਾ ਨਾਮ ਇਹ ਦਿੱਤਾ ਜਾਂਦਾ ਹੈ। ਤੇ ਇਹਦੇ ਬਾਰੇ ਗੱਲਬਾਤ ਕਰਦੇ ਆ, ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਇਹ ਕਿੰਨਾ ਕੁ ਵੱਡਾ ਪ੍ਰੋਜੈਕਟ ਹੈ, ਕਿੱਦਾਂ ਇਹ ਪ੍ਰੋਜੈਕਟ ਹੁੰਦਾ ਹੈ ਤੇ ਕਿਸ ਤਰੀਕੇ ਨਾਲ ਖੇਤ ਤੋਂ ਲੈ ਕੇ ਸ਼ੁਰੂ ਕਰਕੇ ਇੰਡਸਟਰੀ ਤੱਕ ਕਿੱਦਾਂ ਪਹੁੰਚਦਾ ਹੈ। ਤੇ ਗੱਲਬਾਤ ਕਰਦੇ ਆ। ਪਰਾਲੀ ਦੀਆਂ ਗੱਠਾਂ ਬਣੀਆਂ ਹੋਈਆਂ ਨੇ, ਇੱਧਰ ਸਾਡੇ ਕਿਸਾਨ ਭਰਾ ਵੀ ਬੈਠੇ ਨੇ ਆਰਾਮ ਨਾਲ ਪਰਾਲੀ ਦੇ ਉੱਤੇ ਤੇ ਇਹ ਭਾਈ ਸਾਹਿਬ ਵੀ ਨੇ ਜਿਹੜੇ ਇਸ ਸਾਰੇ ਨੂੰ ਮੈਨੇਜ ਕਰਦੇ ਨੇ ਇੱਥੇ ਤੇ ਕਿਸ ਤਰੀਕੇ ਨਾਲ ਇੱਥੋਂ ਲੈ ਕੇ ਇੰਡਸਟਰੀ ਤੱਕ ਜਾਂਦੇ ਨੇ। ਪਰਾਲੀ ਦੀ ਗੱਠ ਹੈ। ਪਹਿਲਾਂ ਤਾਂ ਜੀ ਬਹੁਤ ਬਹੁਤ ਸਵਾਗਤ ਹੈ, ਥੋੜ੍ਹਾ ਜਿਹਾ ਆਪਣੇ ਬਾਰੇ ਜਾਣਕਾਰੀ ਦੇ ਦਿਓ। मैं अरविंद बेदी फ्यूल हैड हाँ सेल लिमिटेड विच ਤੇ ਆ ਜਿਹੜਾ ਫਿਊਲ ਜਿਹੜੇ ਪਰਚੇਜ਼ ਦੇ ਜਿਹੜੇ ਪਰਾਲੀ ਜਿਹਨੂੰ ਅਸੀਂ ਫਿਊਲ ਕਹਿੰਦੇ ਆ, ਆ ਪਰਾਲੀ ਦੀ ਪਰਚੇਜ਼ ਦੀ ਸਾਰੀ ਮੇਰੀ ਜ਼ਿੰਮੇਵਾਰੀ ਹੈਗੀ ਹੈ।
ਤੇ ਮੈਂ ਆ ਕਹਿ ਸਕਦਾ ਵੀ ਆ ਇੱਕ ਬੇਸਿਕਲੀ ਆ ਬਾਇਓਮਾਸ ਇੰਡਸਟਰੀ ਹੈ ਜਿਹਨੂੰ ਵੇਸਟ ਟੂ એનર્ਜੀ ਕਹਿੰਦੇ ਆ ਵਰਦਾਨ ਸਾਬਿਤ ਹੋਈ ਹੈ ਸਾਡੇ ਫਿਰੋਜ਼ਪੁਰ ਵਾਸਤੇ ਕਿਉਂਕਿ ਜਦੋਂ ਦੀ ਫਿਰੋਜ਼ਪੁਰ ਵਿੱਚ ਆ ਇੰਡਸਟਰੀ ਚੱਲਣ ਲੱਗੀ ਹੈ 2018 ਤੋਂ ਅਸੀਂ ਪਰਾਲੀ ਇਕੱਠੀ ਕਰਨੀ ਸ਼ੁਰੂ ਕੀਤੀ ਹੈ। ਉਸ ਤੋਂ ਬਾਅਦ ਸਾਰਾ ਇਲਾਕਾ ਤੁਸੀਂ ਆ ਵੇਖ ਲਓ ਵੀ ਨਹੀਂ ਤਾਂ ਇਹਨਾਂ ਦਿਨਾਂ ਵਿੱਚ ਧੂੰਆਂ ਹੀ ਧੂੰਆਂ ਹੁੰਦਾ ਸੀਗਾ। ਅੱਜ ਤੁਸੀਂ ਵੇਖੋਗੇ ਕਿਤੇ ਧੂੰਆਂ ਨਹੀਂ ਹੈਗਾ, ਆਸਮਾਨ ਤੁਹਾਨੂੰ ਨੀਲਾ ਨਜ਼ਰ ਆ ਰਿਹਾ ਹੈ, ਉਹ ਬਿਕੋਜ਼ ਆਫ ਦਿਸ ਇੰਡਸਟਰੀ। ਅੱਛਾ, ਕਿੰਨੇ ਕੁ ਕਿਸਾਨਾਂ ਦੀ ਫਸਲ ਜਾਂ ਕਿੰਨੇ ਕੁ ਏਕੜ ਦੀ ਫਸਲ ਤੁਸੀਂ ਸਾਂਭ ਲੈਂਦੇ ਹੋ? ਇੱਥੇ ਜੀ ਟੋਟਲ ਫਿਰੋਜ਼ਪੁਰ ਵਿੱਚ ਅਸੀਂ ਜਿਹੜਾ ਤਕਰੀਬਨ 1 ਤੋਂ 1.5 ਲੱਖ ਕਿੱਲਾ ਅੱਛਾ, ਇਹ ਅਸੀਂ ਇੱਥੋਂ ਫਸਲ ਮਤਲਬ ਜਿਹੜੇ ਪਰਾਲੀ ਬਣਾ ਕੇ ਅਸੀਂ ਗੱਠਾ ਬਣਾ ਕੇ ਅਸੀਂ ਆਪਦੇ ਕੰਜ਼ਿਊਮ ਕਰ ਰਹੇ ਹਾਂ ਤੇ ਹਾਂ ਪਲਾਂਟ ਵਿੱਚ। ਤੇ ਬੇਸਿਕਲੀ ਮਤਲਬ ਇਹਦਾ ਤਾਂ ਫਾਇਦਾ ਆਇਆ ਨਾ ਵੀ ਆ ਤੁਸੀਂ ਵੇਸਟ ਜਿਹੜੀ ਪਰਾਲੀ ਸਾੜਦੇ ਸੀ ਜਿਹਦੇ ਨਾਲ ਪੋਲਿਊਸ਼ਨ ਹੁੰਦਾ ਸੀ ਉਹਦੇ ਨਾਲ ਹੁਣ ਤੁਹਾਡੀ ਬਿਜਲੀ ਜਨਰੇਟ ਹੋ ਰਹੀ ਹੈ। ਕਿਸਾਨਾਂ ਨੂੰ ਕਿੰਨੇ ਪੈਸੇ ਦੇਣੇ ਪੈਣਗੇ? ਉਹ ਦੱਸ ਰਹੇ ਜੀ ਕਿਸਾਨਾਂ ਨੂੰ ਇੰਨਾ ਫਾਇਦਾ ਹੈ ਵੀ ਇੱਕ ਤਾਂ ਉਹਨਾਂ ਦੀ ਜਿਹੜੇ ਪਹਿਲਾਂ ਪ੍ਰੋਬਲਮ ਸੀਗੀ ਵੀ ਇਹਨੂੰ ਕਿਵੇਂ ਕਰੀਏ, ਸਾੜਨ ਤੋਂ ਬਗੈਰ ਕੋਈ ਇਲਾਜ ਨਹੀਂ ਸੀ, ਉਸ ਤੋਂ ਬਾਅਦ ਹੁਣ ਸਾੜਨਾ ਬੰਦ ਕਰਤਾ। ਹੁਣ ਕਿਸਾਨਾਂ ਨੂੰ ਫਾਇਦਾ, ਇਹਦੇ ਪੈਸੇ ਮਿਲਦੇ ਉਹਨਾਂ ਨੂੰ ਜਿਹੜੇ ਕਿਸਾਨ ਨੂੰ ਦੇਣੇ ਨਹੀਂ ਪੈਂਦੇ। ਨਾ ਜੀ ਕਿਸਾਨ ਨੂੰ ਤਾਂ ਜਿਹੜਾ ਆ ਕਿਸਾਨ ਹੀ ਬੇਲਰ ਵਾਲੇ ਨੇ, ਆ ਬੈਠੇ ਨੇ ਆਪ ਕਿਸਾਨ ਨੇ, ਗਿੱਲ ਸਾਹਿਬ ਇਸ ਪਿੰਡ ਦੇ ਹੀ ਨੇ, ਸਾਦਾ ਵਾਲਾ ਪਿੰਡ ਦੇ। ਤੇ ਇਹਨਾਂ ਨੂੰ ਕੀ ਮਿਲਿਆ ਵੀ ਇੱਕ ਤਾਂ ਫਸਲ ਸਾਂਭ ਲਈ, ਇਹਨਾਂ ਦਾ ਵੱਡਾ ਬੇਲਰ ਹੈ ਤਕਰੀਬਨ 40 ਤੋਂ 50 ਲੱਖ ਰੁਪਇਆ ਇੱਕ ਸਾਲ ਵਿੱਚ ਵੱਡੇ ਬੇਲਰ ਕਮਾਉਂਦੇ ਆ। ਜਿਹੜੇ ਛੋਟਾ ਬੇਲਰ ਉੱਥੇ ਚੱਲ ਰਿਹਾ ਸਾਹਮਣੇ, ਉਹ ਬੇਲਰ ਜਿਹੜਾ ਉਹ ਸਾਹਮਣੇ ਬਿਲਕੁਲ ਦੂਰ ਦਿਸਦਾ ਪਿਆ, ਉਹ ਇੱਕ ਬੇਲਰ 10 ਤੋਂ 13 ਲੱਖ 14 ਲੱਖ ਰੁਪਏ ਉਹਦੇ ਵਰਕਿੰਗ ਕੈਪੈਸਿਟੀ ਤੇ ਡਿਪੈਂਡ ਕਰਦਾ ਹੈ ਵੀ ਇੰਨੇ ਪੈਸੇ ਅਰਨ ਵੀ ਕਰਦਾ ਹੈ। ਨਾਲੇ ਰੋਜ਼ਗਾਰ, ਇੱਕ ਬੇਲਰ ਮਗਰ 50 ਤੋਂ 60 ਬੰਦਿਆਂ ਨੂੰ ਰੋਜ਼ਗਾਰ ਮਿਲਿਆ ਇਹਦੇ ਨਾਲ। ਨਹੀਂ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਇੱਧਰ ਸਰਦਾਰ ਸਾਹਿਬ ਬੈਠੇ ਨੇ, ਆ ਦੇਖੋ ਤੁਸੀਂ ਇੱਧਰ ਖੇਤ ਦੇ ਵਿੱਚ ਆ ਚਾਹ ਪਈ ਹੋਈ ਹੈ, ਇਹ ਗਲਾਸ ਦੇ ਵਿੱਚ ਚਾਹ ਪਾ ਕੇ ਰੱਖੀ ਹੋਈ ਹੈ, ਆਰਾਮ ਨਾਲ ਇੱਥੇ ਬੈਠੇ ਨੇ। ਲੱਸੀ ਵੀ ਹੈਗੀ ਹੈ ਜੀ, ਆ ਦੇਖੋ ਜੀ, ਆ ਇੱਧਰ ਲੱਸੀ ਵੀ ਹੈ, ਲੱਸੀ ਖਾਲੀ ਕਰਤੀ ਮੈਨੂੰ ਲੱਗਦਾ। ਅੱਛਾ ਸਰਦਾਰ ਸਾਹਿਬ, ਇਹ ਗੱਲ ਦੱਸਿਓ ਕਿ ਇਹ ਜਿਹੜੀ ਫਸਲ ਹੈ ਪਰਾਲੀ ਝੋਨੇ ਦੀ ਫਸਲ ਹੁੰਦੀ ਹੈ, ਇਸ ਨੂੰ ਅਸੀਂ ਦੇਖਦੇ ਹਾਂ ਜ਼ਿਆਦਾਤਰ ਜਿਹੜੀ ਖਬਰਾਂ ਆਉਂਦੀਆਂ ਨੇ, ਵੱਡੀਆਂ ਖਬਰਾਂ ਬਣਦੀਆਂ ਨੇ, ਉਹਦੇ 'ਚ ਇਹੀ ਹੁੰਦੀ ਆ ਕਿ ਕਿਸਾਨ ਨੇ ਪਰਾਲੀ ਦੀ ਫਸਲ ਜਲਾਤੀ ਜੀ, ਕਿਸਾਨ ਇਹ ਕਰਦਾ ਜੀ, ਕਿਸਾਨ ਨੂੰ ਸਾਰਾ ਕੁਝ ਮਿਲਦਾ ਜੀ, ਫਿਰ ਵੀ ਕਿਸਾਨ ਅੱਗ ਲਾਉਂਦਾ ਜੀ। ਦੱਸਿਓ ਭਲਾ ਇਸੇ ਤਰੀਕੇ ਨਾਲ ਹੁੰਦਾ? ਉਹ ਜੀ ਮਜਬੂਰੀ ਹੈ ਜੀ, ਹਰ ਜਗ੍ਹਾ ਤੇ ਪਲਾਂਟ ਹੈ ਨਹੀਂ। ਸਾਡੇ ਨਾਲ ਵੀ ਹੁੰਦੇ ਰਹੀ ਇਦੋਂ ਪਹਿਲਾਂ, ਜੇ ਪਲਾਂਟ ਲੱਗਣਗੇ ਤੇ ਇਹ ਸਮੱਸਿਆ ਖਤਮ ਹੋ ਜੂ। ਪਹਿਲਾਂ ਅਸੀਂ ਵੀ 3 ਤੋਂ 4 ਸਾਲ ਮਲਚਿੰਗ ਕਰਦੇ ਰਹੇ। ਮਲਚਿੰਗ ਕਰਨ ਦੇ ਵਿੱਚ ਮੇਰਾ 2500 3000 4000 ਰੁਪਈਆ ਕਿੱਲੇ ਦਾ ਖਰਚਾ ਹੁੰਦਾ ਸੀ, ਹੁਣ ਮੇਰੀ ਫ੍ਰੀ ਚੱਕੀ ਜਾਂਦੀ ਹੈ ਜੀ। ਅੱਛਾ ਜੀ, ਅੱਛਾ, ਇਹ ਪ੍ਰੋਸੈਸ ਕਿੰਨੇ ਦਿਨ ਦਾ? ਜੇ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਮੰਨ ਲਓ ਫਸਲ ਪੱਕ ਗਈ ਹੈ, ਕੰਬਾਈਨ ਚੱਲ ਗਈ, ਜਾਂ ਫਿਰ ਫਸਲ ਪੱਕਣ ਤੋਂ ਲੈ ਕੇ ਕੰਬਾਈਨ, ਉਸ ਤੋਂ ਬਾਅਦ ਇਹ ਗੱਠਾ ਬਣਾਉਣਾ, ਇਹਨੂੰ ਖੇਤ ਦੇ ਵਿੱਚੋਂ ਲੈ ਕੇ ਜਾਣਾ, ਇਹ ਕਿੰਨੇ ਦਿਨ ਲੱਗ ਜਾਂਦੇ ਨੇ? ਮੈਨੂੰ ਲੱਗਦਾ ਲੱਗ ਜਾਂਦਾ ਹੋਣਾ 10-15 ਦਿਨ। ਨਹੀਂ ਜੀ, 15 ਦਿਨ ਨਹੀਂ ਲੱਗਦੇ ਜੀ, 3 ਤੋਂ 4 ਦਿਨ ਲੱਗਦੇ ਜੀ ਬਸ। ਮਤਲਬ ਜਦੋਂ ਆਪਾਂ ਇਹਨੂੰ ਸਾੜਨ ਵਾਸਤੇ ਵੀ ਪ੍ਰੋਸੈਸ ਤਾਂ ਕਰਨਾ ਪੈਂਦਾ ਜੀ। ਜਦੋਂ ਸਾੜਨ ਦੀ ਪੋਜੀਸ਼ਨ 'ਚ ਆ ਗਈ, ਉਦੋਂ ਬਾਅਦ ਸਾਡੇ ਇਹਨੂੰ ਥੋੜ੍ਹਾ ਜਿਹਾ ਨਾ ਇਹਦੇ 'ਚ ਮੌਕਚਰ ਹੁੰਦਾ ਜੀ। ਜੇ ਪਰਾਲੀ ਨੂੰ ਆਪਾਂ ਸੁੱਕੀ ਨੂੰ ਚੱਕਾਂਗੇ, ਇਹ ਸਾਲ ਭਰ ਰੱਖਣੀ ਹੈ, ਇਹਦੇ ਉੱਤੇ ਕੋਸਟ ਲੱਗਦੀ ਹੈ, ਇਕੱਠਾ ਕਰਨ 'ਤੇ ਬਹੁਤ ਕੋਸਟ ਲੱਗਦੀ ਹੈ, ਮੇਰੀ ਵੀ ਲੱਗਦੀ ਹੈ, ਅਤੇ ਗਾਂ ਜਦੋਂ ਮੈਂ ਜਿਨ੍ਹਾਂ ਤੋਂ ਲੈਣਾ ਉਹਨਾਂ ਦੀ ਵੀ ਲੱਗਦੀ ਹੈ। ਜੇ ਇਹਨੂੰ ਆਪਾਂ ਗਿੱਲੀ ਬੰਨ੍ਹ ਕੇ ਦੇ ਦਾਂਗੇ, ਬੇਕਾਰ ਹੈ। ਜੇ ਇਹਨੂੰ ਸੁੱਕੀ ਬੰਨਾਂਗੇ, 2-3 ਦਿਨ ਸੰਜਮ ਕਰ ਲੈਣਾ ਜ਼ਿਮੀਂਦਾਰ, ਫਿਰ ਬੱਚਤ ਹੈ। ਅੱਛਾ, ਗੱਠਾ ਬਣਾਉਣ ਦਾ ਖਰਚਾ ਕਿੰਨਾ ਕੁ ਆ ਜਾਂਦਾ ਇੱਕ ਕਿਸਾਨ ਦਾ? ਜੇ ਮੈਂ ਕਿਸਾਨ ਦੇ ਤੌਰ ਤੇ ਸੋਚੀਏ ਵੀ ਕਿਸਾਨ ਦਾ ਕਿੰਨਾ ਖਰਚਾ? ਕਿਸਾਨ ਦਾ ਕੋਈ ਖਰਚਾ ਨਹੀਂ ਇਹਦੇ 'ਚ। ਅੱਛਾ, ਕਿਸਾਨ ਦਾ ਕੋਈ ਖਰਚਾ ਨਹੀਂ ਹੈਗਾ? ਕਿਸਾਨ ਦਾ ਕੋਈ ਖਰਚਾ ਨਹੀਂ, ਕਿਸਾਨ ਦਾ ਫ੍ਰੀ ਆਫ ਕਾਸਟ ਹੈ। ਜੋ ਉਹਨੇ ਸਾੜਨੀ ਸੀ ਉਹਨੇ ਸਾੜਨ ਤੇ ਕਰਕੇ ਰੱਖਦੀ, ਉਦੋਂ ਬਾਅਦ ਉਹਦਾ ਕੋਈ ਖਰਚਾ ਨਹੀਂ। ਅੱਛਾ, ਜੇ ਮੰਨ ਲਓ ਕਿਸਾਨ ਪਰਾਲੀ ਦੀ ਇਹ ਜਿਹੜੀ ਪਰਾਲੀ ਹੈ ਇਹਨੂੰ ਅੱਗ ਲਾਉਂਦਾ, ਉਹ ਕਿਸਾਨ ਨੂੰ ਤਾਂ 1 ਰੁਪਈਆ ਨਹੀਂ ਬਚਦਾ ਉਹਦੇ ਵਿੱਚੋਂ, ਤੇ ਮਿੱਤਰ ਕੀੜੇ ਉਹ ਖਰਾਬ ਹੋ ਜਾਂਦੇ ਨੇ। ਹੁਣ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇੰਡਸਟਰੀ ਵਾਲੇ ਨੇ ਉਹ ਇਹਨੂੰ ਫ੍ਰੀ ਲੈ ਜਾਂਦੇ ਨੇ, ਆਪਣੇ ਆਪ ਗੱਠਾ ਬਣਾਉਂਦੇ ਨੇ, ਆਪਣੇ ਆਪ ਖੇਤ 'ਚੋਂ ਲੈ ਜਾਂਦੇ ਨੇ। ਹਾਂ, ਖੇਤ ਕਿੰਨੇ ਦਿਨਾਂ 'ਚ ਵਿਹਲਾ ਕਰ ਦੇਣਗੇ ਫਿਰ? ਖੇਤ 3 ਤੋਂ 4 ਦਿਨ ਲੱਗਦੇ। ਕਿੰਨੇ ਦਿਨ 'ਚ ਵਿਹਲਾ ਕਰ ਦੇਣ ਇਮਾਨਦਾਰੀ ਨਾਲ? ਸਰ ਇਵੇਂ ਹੀ ਇਹਦੇ ਜ਼ਿਆਦਾ ਟਾਈਮ ਨਹੀਂ ਲੱਗਦਾ। ਜਿਵੇਂ ਪਹਿਲਾਂ ਰੀਪਰ ਮਾਰਿਆ, ਜਿਵੇਂ ਸ਼ੇਵ ਕਰਤੀ, ਬਿਲਕੁਲ ਪਰਾਲੀ ਇਕੱਠੀ ਕਰ ਲਈ ਅਸੀਂ, ਉਹਨੂੰ ਫਿਰ ਰੈਕ ਕਰਤਾ, ਤੇ ਉਹ 1 ਦਿਨ ਦਾ ਪ੍ਰੋਸੈਸ ਹੈ। ਉਸ ਤੋਂ ਬਾਅਦ 3 ਦਿਨ ਇਹਨੂੰ ਥੋੜ੍ਹਾ ਜਿਹੜਾ ਧੁੱਪ ਲਵਾਉਣੀ ਪੈਂਦੀ ਹੈ, ਇਸ ਕਰਕੇ ਟਾਈਮ 3 ਦਿਨ ਲੱਗਦੇ ਆ। ਜੇ ਨਾਲ ਦੇ ਨਾਲ ਚੱਕੀਏ ਫਿਰ ਤਾਂ ਦੂਜੇ ਦਿਨ ਚੱਕ ਸਕਦੇ ਹਾਂ। 3 ਦਿਨ ਅਸੀਂ ਵੇਟ ਕਰਨੇ ਆ, ਪਰਾਲੀ ਨੂੰ ਜਿਹੜਾ ਸੁੱਕਣ ਦਿੰਦੇ ਆ, ਫਿਰ ਉਸ ਤੋਂ ਬਾਅਦ ਰੈਕ ਕਰਕੇ ਸੇਮ ਡੇ ਬੇਲਿੰਗ ਹੋ ਜਾਂਦੀ ਹੈ। ਸੇਮ ਡੇ ਜਿਹੜਾ ਜਿਵੇਂ ਦਿਨੇ ਬੇਲਿੰਗ ਕੀਤੀ, ਨਾਲ ਦੇ ਨਾਲ ਹੀ ਜਿਵੇਂ ਟਰਾਲੇ ਲੱਗੇ ਹੋਏ ਨੇ, ਨਾਲ ਦੇ ਨਾਲ ਹੀ ਚੱਕ ਰਹੇ ਨੇ ਆਟੋਮੈਟਿਕ। ਅੱਛਾ, ਇਹ ਜਿਹੜੀ ਮਸ਼ੀਨ ਚੱਲਦੀ ਹੈ ਇਹ ਕਿੰਨੇ ਕੁ ਦੀ ਹੈ, ਕਿੰਨਾ ਖਰਚਾ ਇਹਦਾ? ਸਰ ਪੂਰਾ ਦਾ ਪੂਰਾ ਸੈੱਟ ਹੁਣ ਵੱਖਰਾ ਤਾਂ ਕੀ ਦੱਸਣਾ ਤੁਹਾਨੂੰ। 3 ਕਰੋੜ ਦਾ ਪੂਰਾ ਇੱਕ ਵੱਡਾ ਸੈੱਟ ਹੈ, ਤੇ ਛੋਟਾ ਜਿਹੜਾ ਮਸ਼ੀਨ ਹੈ ਉਹ 15 ਲੱਖ ਵਿੱਚ ਆ ਜਾਂਦੀ ਹੈ। ਟਰਾਲੇ ਟੂਲੇ ਮਿਲਾ ਕੇ 50 ਲੱਖ ਵਿੱਚ ਉਹ ਜਿਹੜਾ ਪੂਰਾ ਸੈੱਟ ਹੈ। 50 ਲੱਖ ਰੁਪਏ ਲਾ ਕੇ 13 ਲੱਖ ਰੁਪਏ ਕਮਾਈ 1 ਸਾਲ ਦੀ ਹੈ, ਇੱਕ ਸੀਜ਼ਨ ਦੀ ਹੈ। ਕਮਾਈ ਹੈ ਜਾਂ ਨਹੀਂ ਹੈ? ਹੈਗੀ ਜੀ, ਹੈਗੇ ਆ ਬੈਠੇ ਜੀ, ਹੈਗੇ ਆ ਬੈਠੇ। ਨਹੀਂ, ਅੱਛਾ, ਤੁਸੀਂ ਕਿਸਾਨ ਵੀ ਹੋ ਤੇ ਤੁਸੀਂ ਇਹ ਮਸ਼ੀਨ ਵੀ ਚਲਾਉਂਦੇ ਹੋ? ਹਾਂਜੀ, ਓਨਰ ਵੀ ਹੈ। ਮੈਂ ਇਹ ਕੰਮ ਕੀਤਾ ਜੀ, ਕਮਾਈ ਹੈਗੀ ਹੈ। ਕੋਈ ਵੀ ਬੰਦਾ ਕਹਿ ਦੇ ਮੇਰੇ, ਹੁਣ ਐਵੇਂ ਕਹਿ ਦਿਆਂ ਮੈਂ, ਬੱਚੇ ਬਾਹਰ ਚੱਲੇ ਸੀ, ਅੱਛਾ, ਬੱਚਿਆਂ ਨੂੰ ਰੋਕਿਆ ਇੱਥੇ,
ਸਿਰਫ ਇੱਥੇ ਕਰਕੇ ਵੀ ਆਪਣਾ ਕੰਮ ਚੱਲਦਾ, ਆਪਾਂ ਕਿਉਂ ਕੰਮ ਇੱਥੇ ਆਪਦਾ ਕਰੋ। ਕੈਨੇਡਾ ਇੱਥੇ ਹੀ ਬਣ ਜਾਏਗਾ। ਜਦੋਂ ਅਸੀਂ ਇਹ ਮਸ਼ੀਨ ਦੀ ਜਾਣਕਾਰੀ ਦਿੱਤੀ, ਇਹਨਾਂ ਕੋਲ ਪਹਿਲਾਂ ਛੋਟੀ ਮਸ਼ੀਨ ਸੀ, ਉਹਨਾਂ ਵੱਡਾ ਸੈੱਟ ਲਿਆ ਇਹਨਾਂ ਨੇ, ਤੇ ਕੰਪਨੀ ਨੇ ਮਦਦ ਕਰਦੇ ਅਸੀਂ ਇਹਨਾਂ ਨੂੰ ਸੈੱਟ ਲੈ ਕੇ ਦਿੰਦੇ ਹਾਂ। ਫਿਰ ਹੌਲੀ ਹੌਲੀ ਜਿਵੇਂ ਵੀ ਸਾਡੀ ਟਿਊਨਿੰਗ ਹੋ ਜਾਂਦੀ ਹੈ, ਤੇ ਬਾਕੀ ਫਿਰ ਇਹਨਾਂ ਨੇ ਆਦੇ 2 ਬੱਚੇ ਜਿਹੜੇ ਕੈਨੇਡਾ ਜਾ ਰਹੇ ਸੀ ਉਹਨਾਂ ਨੂੰ ਰੋਕ ਕੇ ਇੱਥੇ ਉਹ ਬੱਚਾ ਚਲਾ ਰਿਹਾ ਇਹਨਾਂ ਦਾ ਲਵਪ੍ਰੀਤ। ਅੱਛਾ ਇਹ ਮਸ਼ੀਨ ਕਿੰਨੇ ਕੁ ਏਕੜਾਂ ਦੀ ਫਸਲ ਜਿਹੜੀ ਉਹ ਰੋਜ਼ ਦੀ ਸਾਂਭ ਜਾਂਦੀ ਹੈ, ਇਹ ਥੋੜਾ ਦੱਸਿਓ। ਇਹ ਮਤਲਬ ਟੋਟਲ ਇਹਦਾ 80 ਕੁ ਏਕੜ ਦਾ ਟੀਚਾ ਜੀ। ਅੱਛਾ ਇੱਕ ਦਿਨ ਦੇ ਵਿੱਚ? ਹਾਂਜੀ 70 ਵੀ ਰਹਿ ਜਾਂਦੇ ਆ ਤੇ 90 ਵੀ ਹੋ ਜਾਂਦੇ ਆ, 100 ਵੀ ਚੱਕ ਦਿੰਦੇ ਆ ਜੀ। 100 ਵੀ ਚੱਕਦੇ ਨੇ? ਹਾਂਜੀ ਮਾਲ ਸੁੱਕਾ ਹੋਣਾ ਚਾਹੀਦਾ, ਮਤਲਬ ਜੇ ਆਪਾਂ ਸੁੱਕਾ ਮਾਲ ਚੱਕਾਂਗੇ ਨਾ 100 ਕਿੱਲਾ ਵੀ ਚੱਕ ਜਾਂਦਾ, 100 ਏਕੜ ਚੱਕ ਦਿੰਦੇ ਆ। ਠੀਕ। ਚਾਹ ਫਿਰ ਇੱਥੇ ਪੀਂਦੇ ਹੋ? ਚਾਹ ਇੱਥੇ, ਚਾਹ ਵੀ ਇੱਥੇ, ਰੋਟੀ ਸਾਨੂੰ ਵੀ ਪਿਆਉਂਗੇ ਚਾਹ? ਚਾਹ ਤੁਹਾਡੇ ਵਾਸਤੇ ਵੀ ਹੈ ਜੀ ਬਿਲਕੁਲ। ਅੱਛਾ ਬਿਜਲੀ ਦੇਖੀ ਤੁਸੀਂ ਬਣਦੀ ਇੱਥੋਂ? ਹਾਂਜੀ ਬਿਜਲੀ ਬਣਦੀ ਵੀ ਕਿਤੇ ਲੱਗੇ ਆ ਜੀ। ਇਹਦੇ ਵਿੱਚ ਆਪਾਂ ਨੂੰ ਇਹ ਵੀ ਫਾਇਦਾ ਜੀ, ਹੁਣ ਕੋਇਲੇ ਦੀ ਘਾਟ ਆਈ ਸੀ, ਆਪਾਂ ਨੂੰ ਕੋਇਲਾ ਮਿਲ ਨਹੀਂ ਰਿਹਾ ਸੀ, ਸਭ ਤੜਫ ਰਹੇ ਸੀ ਸਾਨੂੰ, ਅਸੀਂ ਫ੍ਰੀ ਸੀ, ਸਾਡਾ ਪਲਾਂਟ ਲੱਗਿਆ, ਸਾਨੂੰ ਤਾਂ ਮਿਲ ਹੀ ਜਾਣੀ ਹੈ। ਸਾਨੂੰ ਅਸੀਂ ਮੌਜ ਨਾਲ ਬੈਠੇ ਸੀ, ਸਾਰੇ ਕਹਿੰਦੇ ਨਾ ਬਿਜਲੀ ਨਹੀਂ ਆਊਗੀ, ਗਰਮੀ ਚ ਆਏ ਨਹੀਂ, ਉਹ ਕੋਇਲਾ ਖਤਮ ਹੋ ਗਿਆ, ਕੋਇਲਾ ਦੇ ਨਹੀਂ ਰਹੇ, ਤੇ ਆਪਾਂ ਨੂੰ ਪਤਾ ਸੀ ਬਿਜਲੀ ਮਿਲ ਜਾਣੀ ਹੈ। ਅੱਛਾ ਚਲੋ ਬਿਲਕੁਲ ਠੀਕ ਹੈ। ਤੇ ਆ ਜਿਹੜੇ ਨੇ ਇਹ ਇਕੱਠਾ ਬਣੀਆਂ ਹੋਈਆਂ ਨੇ, ਇਹਦੇ ਉੱਤੇ ਸਰਦਾਰ ਸਾਹਿਬ ਬੈਠੇ ਨੇ, ਆ ਚਾਹ ਦੀ ਕੇਤਲੀ ਤੁਹਾਨੂੰ ਨਜ਼ਰ ਆ ਰਹੀ ਹੈ, ਚਾਹ ਪਈ ਆ, ਪੂਰਾ ਤਿਆਰ ਨੇ, ਤੇ ਕਹਿ ਰਹੇ ਨੇ ਕਿ ਸਾਡੇ ਏਰੀਏ ਨੂੰ ਯਾਨੀ ਕਿ ਫਿਰੋਜ਼ਪੁਰ ਦੇ ਸਾਦਾਵਾਲੀ ਪਿੰਡ ਹੈ, ਸਾਦਾਵਾਲਾ ਫਰੀਦਕੋਟ ਦਾ ਸਾਦਾਵਾਲਾ, ਤੇ ਗਿੱਲ ਬ੍ਰਦਰ ਆਪਣੀ ਫਰਮ ਬਣੀ ਹੋਈ ਹੈ ਜੀ। ਅਸੀਂ 2 ਬ੍ਰਦਰ ਹਾਂ, ਇੱਕ ਛੋਟਾ ਮੇਰੇ ਤੋਂ, ਇੱਕ ਮੈਂ ਹਾਂ। ਸਾਡੇ ਕੋਲੇ ਵੱਡੇ ਬੇਲਰ ਆ, ਦੋਨੇ 2 ਬੇਲਰ ਚੱਲ ਰਹੇ ਆ। ਤੇ ਬਿਲਕੁਲ ਚਲ ਇਸ ਪਿੰਡ ਦੇ ਵਿੱਚ ਅੱਜ ਅਸੀਂ ਪਹੁੰਚੇ ਸੀ, ਤਾਂ ਇੱਥੇ ਤੁਹਾਨੂੰ ਦਿਖਾਇਆ ਇਹ ਸ਼ੁਰੂਆਤੀ ਦੌਰ ਦਾ ਹੈਗਾ, ਜਦੋਂ ਪ੍ਰੋਸੈਸ ਹੁੰਦਾ ਤੇ ਇਸ ਤੋਂ ਬਾਅਦ ਕਿਵੇਂ ਇੰਡਸਟਰੀ ਤੱਕ ਪਹੁੰਚਦਾ, ਉਸ ਤੋਂ ਬਿਜਲੀ ਕਿੱਦਾਂ ਬਣਦੀ ਹੈ, ਉਹ ਵੀ ਤੁਹਾਨੂੰ ਵਿਖਾਉਂਦੇ ਆ। ਜੁੜੇ ਰਹੋ ਸਾਡੇ ਨਾਲ ਤੇ ਨਵੀਂ ਜਾਣਕਾਰੀ ਆ ਤੁਹਾਨੂੰ ਦੇਵਾਂਗੇ। ਤਾਂ ਇਹ ਮਸ਼ੀਨ ਤੁਹਾਨੂੰ ਨਜ਼ਰ ਆ ਰਹੀ ਹੋਏਗੀ, ਇਹ ਪਿੱਛੇ ਮਸ਼ੀਨ ਚੱਲ ਰਹੀ ਹੈ, ਤੇ ਤੁਹਾਨੂੰ ਦੱਸਿਆ ਸੀ ਕਿ ਰੀਪਰ ਤੋਂ ਬਾਅਦ ਇਹਨੂੰ ਰੈਕ ਦੇ ਵਿੱਚ ਕਰਦੇ ਨੇ, ਰੈਕ ਦੇ ਵਿੱਚ ਕਰਨ ਤੋਂ ਬਾਅਦ ਆ ਗੱਠਾ ਬਣ ਰਹੀਆਂ ਨੇ, ਇਹ ਮਸ਼ੀਨ ਚੱਲ ਰਹੀ ਹੈ। ਤੇ ਇਹਦਾ ਇਹੀ ਫਾਇਦਾ ਸਾਨੂੰ, ਇੱਕ ਤਾਂ ਲੇਬਰ ਸੌਖੀ ਰਹਿੰਦੀ ਹੈ ਜੀ, ਜੇ ਆਪਾਂ ਪੰਡਾਂ ਸਿਰ ਤੇ ਨਹੀਂ ਚੱਕਣੀਆਂ ਪੈਂਦੀਆਂ, ਲੋਡਰ ਨਾਲ ਚੱਕਣਾ, ਲੋਡਰ ਨਾਲ ਰੱਖਣਾ, ਰੱਖ ਰਖਾਵ ਸੌਖਾ ਜੀ, ਤੇ ਲੇਬਰ ਨੂੰ ਵੀ ਪ੍ਰੋਬਲਮ ਨਹੀਂ ਆਉਂਦੀ, ਤੇ ਸਾਨੂੰ ਵੀ ਪੂਰਾ ਵਾਹਣ ਚੱਕਿਆ ਮਿਲ ਜਾਂਦਾ ਜੀ। ਅੱਛਾ ਕਿੰਨੇ ਕੁ ਬੰਦਿਆਂ ਨੂੰ ਰੁਜ਼ਗਾਰ ਇਸ ਚੀਜ਼ ਤੇ ਮਿਲਿਆ ਹੋਇਆ ਤੁਹਾਡੀ ਦੀ ਗੱਲ ਕਰੀਏ? ਮੇਰੇ ਜਿਹੜੇ ਸੇਲ ਵਿੱਚ ਅਸੀਂ ਤਕਰੀਬਨ 253 ਬੇਲਰ ਮੇਰੇ ਚੱਲ ਰਹੇ ਨੇ, ਤੇ ਇੱਕ ਬੇਲਰ ਮਗਰ 50 ਤੋਂ 60 ਬੰਦੇ ਲੱਗਦੇ ਆ, ਤੇ ਤਕਰੀਬਨ ਜਿਹੜਾ ਹੈ ਆ ਸਮਝ ਲਓ ਵੀ 250 ਗੁਣਾ 1500 ਤਾਂ ਸਿਰਫ ਜਿਹੜਾ ਹੈ ਆ ਬੇਲਰ ਦੇ ਨਾਲ ਹੀ ਲੱਗੇ ਨੇ। 4 ਤੋਂ 5000 ਬੰਦਿਆਂ ਨੂੰ ਰੋਜ਼ਗਾਰ ਮਿਲਿਆ ਇਸ ਕਰਕੇ। ਨਾਲੇ ਪਰਾਲੀ ਦੀ ਸਮੱਸਿਆ ਖਤਮ ਹੋ ਗਈ, ਪੋਲੂਸ਼ਨ ਖਤਮ ਹੋ ਗਿਆ, ਤੇ ਜਿਹੜਾ ਮਤਲਬ ਬਿਜਲੀ ਕਿੰਨੀ ਮਿਲੀ, ਇਹ ਮਤਲਬ ਇਹਦੇ ਨਾਲ ਬਿਜਲੀ ਇੰਨੀ ਹੋ ਸਕਦੀ ਹੈ ਵੀ ਜਿਹੜਾ ਕੋਲੇ ਨੂੰ ਸਾੜਨਾ ਹੀ ਨਹੀਂ ਪੈਣਾ, ਧਰਤੀ ਨੂੰ ਪਾੜ ਕੇ, ਸੀਨਾ ਪਾੜ ਕੇ ਕੋਲਾ ਕੱਢੀ ਦਾ ਡਿਸਬੈਲੈਂਸ ਕਰਦੇ ਆਪਾਂ ਪੂਰੇ ਅਰਥ ਨੂੰ, ਤੇ ਉਹਦਾ ਇਲਾਜ ਕੀ ਹੈ? ਵੇਸਟ ਟੂ એનર્ਜੀ। 23 ਜ਼ਿਲ੍ਹੇ ਨੇ, 24 ਪਲਾਂਟ ਤੁਸੀਂ ਕਹਿ ਰਹੇ ਹੋ? ਜੀ ਇੱਕ ਫਿਰ ਚੰਡੀਗੜ੍ਹ ਲਾਉਂਗੇ? ਨਹੀਂ ਉਹ ਜੇ ਕੋਈ ਜ਼ਿਲ੍ਹੇ ਵੱਡੇ ਹਾਂ ਜੀ ਬਿਲਕੁਲ ਠੀਕ ਹੈ। ਨਹੀਂ ਬਿਲਕੁਲ ਠੀਕ ਹੈ ਇਹਨਾਂ ਦੀ ਗੱਲ, ਤੇ ਕਹਿ ਰਹੇ ਨੇ ਕਿ 23 ਜ਼ਿਲ੍ਹੇ ਨੇ ਤੇ 24 ਪਲਾਂਟ ਲੱਗ ਜਾਣ ਤਾਂ ਪੰਜਾਬ ਦੇ ਵਿੱਚ ਇਹ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਹੁਣ ਇਸ ਤੋਂ ਬਿਜਲੀ ਕਿਵੇਂ ਬਣਦੀ ਹੈ ਉਹ ਵੀ ਮੈਂ ਵੀ ਜਾਣਨ ਲਈ ਉਤਸੁਕ ਹਾਂ, ਤੇ ਸ਼ਾਇਦ ਤੁਸੀਂ ਵੀ ਉਤਸੁਕ ਹੋਵੋਗੇ। ਤਾਂ ਪਰਾਲੀ ਦੀ ਇਸ ਤੋਂ ਜਿਹੜੀ ਇਹ ਖੇਤ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ, ਇਸ ਨੂੰ ਸਾਡੀ ਭਾਸ਼ਾ ਦੇ ਵਿੱਚ, ਸਾਡੀ ਬੋਲੀ ਦੇ ਵਿੱਚ ਧਲਾਣ ਕਹਿੰਦੇ ਨੇ, ਤੇ ਇਸ ਤੋਂ ਬਿਜਲੀ ਕਿਵੇਂ ਬਣਦੀ ਹੈ ਆਓ ਫਿਰ ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ। ਹੁਣ ਉਹ ਦਿਖਾਉਂਦੇ ਆ ਕਿ ਬਿਜਲੀ ਇਸ ਤੋਂ ਕਿੱਦਾਂ ਬਣਦੀ ਹੈ। ਇਹ ਪਰਾਲੀ ਦੀਆਂ ਗੱਠਾਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ, 25 30 ਫੁੱਟ ਇਹ ਇਹਨਾਂ ਦੀ ਲੰਬਾਈ ਹੈ, ਤੇ ਇਹ ਪਰਾਲੀ ਦੀਆਂ ਗੱਠਾਂ ਇੱਥੇ ਲਿਆ ਕੇ ਰੱਖ ਲੀਆਂ, ਸਟੋਰ ਕਰ ਲੀਆਂ ਨੇ। ਪਿੱਛੇ ਤੱਕ ਜਿੱਥੇ ਤੱਕ ਨਜ਼ਰ ਆ ਰਹੀ ਹੋਏਗੀ ਉੱਥੇ ਤੱਕ ਵੱਡੀ ਇਹ ਪਰਾਲੀ ਦੀਆਂ ਗੱਠਾਂ ਇਹ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ, ਤੇ ਕਿਸ ਤਰੀਕੇ ਨਾਲ ਇੱਥੋਂ ਲਿਫਟਿੰਗ ਕਰਕੇ ਲੈ ਕੇ ਜਾਇਆ ਜਾਂਦਾ। ਤੇ ਇੱਥੇ ਕੀ ਕੁਝ ਹੁੰਦਾ, ਇੱਥੇ ਨਮੀ ਹੈ ਜਿਹੜੀ ਉਹ ਉਸ ਦੀ ਮਾਤਰਾ ਚੈੱਕ ਕੀਤੀ ਜਾਂਦੀ ਹੈ, ਤੇ ਉਸ ਤੋਂ ਬਾਅਦ ਹੀ ਜਿਹੜਾ ਅੱਗੇ ਇੰਡਸਟਰੀ ਦੇ ਵਿੱਚ ਇਹ ਜਾਂਦੀ ਹੈ। ਤੇ ਇਸ ਪਾਸੇ ਤੁਸੀਂ ਦੇਖੋਗੇ ਲੋਡ ਜਿਹੜਾ ਉਹ ਕੀਤਾ ਹੋਇਆ ਟਰਾਲੀ ਹੈਗੀ ਆ, ਉਸ ਨੂੰ ਉਤਾਰਿਆ ਜਾ ਰਿਹਾ ਹੈਗਾ, ਤੇ ਇੱਧਰ ਜਿਹੜਾ ਉਹ ਰੱਖਿਆ ਜਾ ਰਿਹਾ, ਤੇ ਕਾਫੀ ਜਿਹੜੇ ਇੱਥੇ ਲੋਕ ਕੰਮ ਕਰ ਰਹੇ ਨੇ, ਕਾਫੀ ਮਜ਼ਦੂਰ ਜਿਹੜੇ ਨੇ ਉਹ ਇੱਥੇ ਕੰਮ ਕਰਦੇ ਨੇ, ਤੇ ਇਹ ਵੀ ਇੱਕ ਤਰੀਕੇ ਦਾ ਪ੍ਰੋਸੈਸ ਹੈ। ਤਾਂ ਇਸ ਤੋਂ ਬਾਅਦ ਪੂਰੇ ਸਾਲ, ਇੱਕ ਵੱਡੀ ਗੱਲ ਇਹ ਹੈ ਕਿ ਇਹ ਸਾਰਾ ਸਾਲ ਇਸੇ ਤਰੀਕੇ ਨਾਲ ਪਈ ਰਹੇਗੀ। ਇਹ 30 ਦਿਨ ਦਾ, 30 ਤੋਂ 45 ਦਿਨ ਦਾ ਇਹ ਸੀਜ਼ਨ ਹੁੰਦਾ ਝੋਨੇ ਦਾ, ਤੇ ਉਸ ਵੇਲੇ ਇਹ ਜਿਹੜੀ ਉਹ ਇਕੱਠੀ ਕਰ ਲਈ ਜਾਂਦੀ ਹੈ, ਤੇ ਪੂਰਾ ਸਾਲ ਇਹ ਇਸੇ ਤਰੀਕੇ ਨਾਲ ਇਹ ਗੱਠਾ ਇੱਥੇ ਪਈ ਰਹਿਣਗੀਆਂ, ਤੇ ਪੂਰਾ ਸਾਲ ਇਸ ਨੂੰ ਜਦੋਂ ਬਾਰਿਸ਼ ਦੇ ਦਿਨਾਂ ਦੇ ਵਿੱਚ ਥੋੜ੍ਹੇ ਟਾਈਮ ਬਾਅਦ ਹੁਣ ਧੁੱਪ ਲੱਗ ਜਾਏਗੀ, ਉਸ ਤੋਂ ਬਾਅਦ ਇਸ ਨੂੰ ਇਸ ਦੇ ਉੱਤੇ ਤਰਪਾਲਾਂ ਪਾ ਦਿੱਤੀਆਂ ਜਾਂਦੀਆਂ, ਤਰਪਾਲਾਂ ਪਾ ਕੇ ਇਸ ਨੂੰ ਜਿਹੜਾ ਉਹ ਇੱਥੇ ਢੱਕ ਕੇ ਰੱਖ ਦਿੱਤਾ ਜਾਂਦਾ, ਤੇ ਜਿਸ ਤਰ੍ਹਾਂ ਵੀ ਲੋੜ ਪੈਂਦੀ ਹੈ ਤਾਂ ਉਸ ਤਰੀਕੇ ਨਾਲ ਇਸ ਨੂੰ ਵਰਤਿਆ ਜਾਂਦਾ, ਤੇ 1 ਸਾਲ ਦਾ ਇਹ ਸਟਾਕ ਹੈ ਜਿਹੜਾ ਉਹ ਇੱਥੇ ਇਕੱਠਾ ਕੀਤਾ ਜਾਂਦਾ, 1 ਸਾਲ ਦੀ
ਸਮੱਗਰੀ ਜਿਹੜੀ ਉਹ ਇੱਥੇ ਕੱਤੀ ਜਾਂਦੀ ਹੈ ਤੇ ਇਸ ਤੋਂ ਬਣਦੀ ਹੈ ਜੀ ਬਿਜਲੀ। ਤੇ ਇੱਧਰ ਤੱਕ ਤੁਸੀਂ ਦੇਖੋਗੇ ਟਰਾਲੀ ਹੈ ਜਿਹੜੀ ਉਹ ਲੋਡ ਕੀਤੀ ਹੋਈ ਹੈ ਤੇ ਵੱਡੀ ਵੱਡੀ ਇਦਾਂ ਲੱਗਦਾ ਕਿ ਇਹ ਇਮਾਰਤ ਖੜੀ ਹੋਵੇ ਤੇ ਇਦਾਂ ਲੱਗਦਾ ਕਿ ਦੀਵਾਰਾਂ ਹੋਣ ਇਹ, ਤੇ ਇਸ ਦੇ ਵਿੱਚ ਤੁਹਾਨੂੰ ਇਸ ਤਰੀਕੇ ਨਾਲ ਨਜ਼ਰ ਆ ਰਿਹਾ ਹੋਵੇਗਾ। ਤੇ ਇਸ ਤੋਂ ਬਾਅਦ ਅਗਲਾ ਜਿਹੜਾ ਪ੍ਰੋਸੈਸ ਹੁੰਦਾ ਹੈ ਉਹ ਇੰਡਸਟਰੀ ਦੇ ਵਿੱਚ ਹੁੰਦਾ ਹੈ। ਉਹ ਕਿਸ ਤਰੀਕੇ ਨਾਲ ਹੁੰਦਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਦਿਲਚਸਪ ਰਹੂਗਾ, ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਗੱਠਾਂ ਤੁਹਾਨੂੰ ਵਿਖਾਈਆਂ ਨੇ, ਇਸ ਤੋਂ ਬਾਅਦ ਅੱਗੇ ਚੱਲਦੇ ਹਾਂ, ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ, ਉੱਥੇ ਕੀ ਕੁਝ ਹੁੰਦਾ ਉਹ ਵੀ ਦਿਖਾਉਂਦੇ ਹਾਂ। ਪਰਾਲੀ ਦੀਆਂ ਗੱਠਾਂ ਤੁਸੀਂ ਵੇਖ ਲੀਆਂ ਤੇ ਹੁਣ ਉਸ ਤੋਂ ਬਾਅਦ ਇਹ ਜਿਹੜੀਆਂ ਗੱਠਾਂ ਨੇ ਇਹਨਾਂ ਨੂੰ ਇੱਥੇ ਤਰਤੀਬਵਾਰ, ਇਹ ਦੇਖੋਗੇ ਤੁਸੀਂ ਇਸ ਪਾਸੇ ਤਰਤੀਬਵਾਰ ਇਹਨਾਂ ਨੂੰ ਰੱਖਿਆ ਜਾ ਰਿਹਾ ਹੈਗਾ ਤੇ ਬਕਾਇਦਾ ਇੱਕ ਬੈਲਟ ਸਿਸਟਮ ਦੇ ਜ਼ਰੀਏ ਹੁਣੇ ਉੱਪਰ ਜਾਣਗੀਆਂ ਅੰਦਰ ਮਸ਼ੀਨ ਦੇ ਜ਼ਰੀਏ। ਇਹ ਬਾਹਰ ਤੁਹਾਨੂੰ ਸਾਹਮਣੇ ਗੱਠਾਂ ਨਜ਼ਰ ਆ ਰਹੀਆਂ ਹੋਣਗੀਆਂ, ਇੱਥੇ ਜਿਹੜੇ ਨੇ ਉਹ ਭਾਈ ਸਾਹਿਬ ਇੱਥੇ ਸੈੱਟ ਕਰਕੇ ਇਹਨਾਂ ਨੂੰ ਰੱਖ ਰਹੇ ਨੇ ਤਰਤੀਬ ਦੇ ਵਿੱਚ। ਇੱਕ ਬੈਲਟ ਸਿਸਟਮ ਹੈ, ਉਹਦੇ ਜ਼ਰੀਏ ਹੁਣ ਅੱਗੇ ਜਾਣਗੀਆਂ। ਇਹਦੇ ਬਾਰੇ ਅਸਲ ਜਿਹੜੀ ਜਾਣਕਾਰੀ ਹੈ, ਕਿਉਂਕਿ ਸਹੀ ਜਾਣਕਾਰੀ ਸਹੀ ਬੰਦੇ ਕੋਲ ਹੁੰਦੀ ਹੈ, ਅਸੀਂ ਇਸ ਕੰਮ ਦੇ ਮਹਾਰਤ ਸਾਡੇ ਕੋਲ ਨਹੀਂ ਹੈਗੀ ਤੇ ਇਸ ਲਈ ਅਸੀਂ ਜਾਣਕਾਰੀ ਲਵਾਂਗੇ ਰਾਕੇਸ਼ ਸਕਸੇਨਾ ਜੀ ਤੋਂ, ਰਾਜੇਸ਼ ਸਕਸੇਨਾ ਜੀ ਤੋਂ, ਮਾਫੀ ਚਾਹੁੰਦਾ। ਤੇ ਇਥੋਂ ਕੈਂਪਸ ਦੇ ਇੱਥੇ ਹੈੱਡ ਨੇ, ਮੈंने ਸਹੀ ਬੋਲਿਆ, ਪਲਾਂਟ ਹੈੱਡ ਕਹਿ ਦਈਏ। ਕਿਸ ਤਰੀਕੇ ਨਾਲ ਤੁਸੀਂ ਮੈਨੂੰ ਸਮਝਾਇਓ ਹੁਣ ਇਹ ਅੱਗੇ ਜਾ ਰਹੀਆਂ, ਕਿੱਥੇ ਜਾ ਰਹੀਆਂ? ਤਾਂ ਐਂ ਲੱਗਦਾ ਜਿੱਦਾਂ 에ਅਰਪੋਰਟ ਤੇ ਸਮਾਨ ਨਹੀਂ ਰੱਖਦੇ ਜਾਂਦੇ, ਟੇਚੀਆਂ ਜਾਂਦੀਆਂ ਹੁੰਦੀਆਂ, ਉਹ ਤਾਂ ਜਾ ਰਹੀਆਂ। बिल्कुल बिल्कुल वैसे ही कुछ है। अल्टीमेटली अपनी ये डेस्टिनेशन पर जा रही है जी। इसका डेस्टिनेशन क्या है? अल्टीमेटली जो आप ऊपर देख के आए हो वहाँ से नीचे फॉल होता है एंड थ्रू सम फीडिंग सिस्टम वो आप देखोगे कि बॉयलर के अंदर जाती है। ओके, तो दिस पर्टिकुलर पॉइंट यू कैन कॉल इट एज अ फीडिंग पॉइंट, जहाँ पे आप फ्यूल को जो बाहर से आ रहा है उसको आप फीडिंग सिस्टम पर डाल रहे हो फॉर इट्स डेस्टिनेशन, राइट? सो दिस इज पर्टिकुलर प्लेस इज कॉल्ड फीडिंग पॉइंट। ਸਕਸੇਨਾ ਸਾਹਿਬ ਇੱਕ ਗੱਲ ਦੱਸਿਓ ਕਿ ਕਈ ਗੱਠਾਂ ਛੋਟੀਆਂ ਨੇ, ਕੋਈ ਗੱਠਾਂ ਬਹੁਤ ਵੱਡੀਆਂ ਨੇ, ਕੁਆਂਟਲ ਦੀ ਵੀ ਨੇ, ਤਾਂ ਕਈ ਗੋਲ ਗੱਠਾਂ ਵੀ ਹੁੰਦੀਆਂ ਨੇ। ਇਹ ਇੱਥੇ ਸਾਰੀਆਂ चल जांदियां ने, सारियां माफक ने, सारियां चल रही हैं और चल भी रही हैं। अब आपको आगे दिखाता हूँ जो गोल गट्टे की बात कर रहे हैं हम। अब जैसे ये जो आप छोटा वाला देख रहे हैं इसको हम स्क्वायर, छोटा स्क्वायर बोलते हैं, ठीक है? छोटा गट्टा आ गया। अभी आप आगे जाके देखेंगे तो देखेंगे गोल गट्टे वो सामने रखी हुई हैं, ओके, उसको भी निकाल के डाला जा रहा है इसी में। ये जो आप देख रहे हैं दिस इज द फॉर्म ऑफ द गोल गट्ट ओनली, ठीक है? ये सब गोल गट्ट से ही निकाला हुआ माल है। वैसे ਤੁਹਾਨੂੰ सूट ਕਿਹੜੀਆਂ ਕਰਦੀਆਂ ਨੇ ਜ਼ਿਆਦਾਤਰ, ਸੌਖਾ ਕਿਹੜਾ ਹੈਗਾ ਤੁਹਾਨੂੰ, ਤੁਸੀਂ ਕਿਹਨੂੰ ਵੱਧ ਪ੍ਰੈਫਰ ਕਰਦੇ? ना बेसिकली सूट वाली बात नहीं है। अगर आप बात करो बेसिकली कि हम पहले गट बनाते क्यों हैं, गट बनाने का रीज़न ये है कि आप एक कंपोजिट मास देते हो एक साथ, ओके? अगर आप पूरा लूज़ दोगे तो मतलब क्या हुआ? पूरा लूज़ देने का मतलब ये हुआ कि आप उसी मास को कवर करने के लिए एक बिगर वॉल्यूम की आपको ज़रूरत पड़ेगी, है ना? तो आप उसी लिए उसको कंपोजिट करते हो, गट फॉर्म में बनाते हो। गट फॉर्म में बनाने से एक मास कंपोजिट हो जाता है, दैट मीन छोटा स्पेस में ज़्यादा मास आप दे पाते हो। दैट्स द बेसिकली द कॉन्सेप्ट बिहाइंड दिस मेकिंग द गट्स, राइट? ਉਹ ਜਿਹੜੀ ਸਾਰੀ ਤੁਸੀਂ ਪਰਾਲੀ ਦੇਖੀ ਹੈ, ਉਹ ਪਰਾਲੀ ਜਦੋਂ ਉੱਪਰ ਜਾ ਰਹੀ ਸੀ ਲਿਫਟਿੰਗ, ਤਾਂ ਉਸ ਤੋਂ ਬਾਅਦ ਉਹ ਇੱਕ ਤਾਪ ਭੱਠੀ ਦੇ ਵਿੱਚ ਜਾ ਰਹੀ ਸੀਗੀ, ਜਿਸ ਨੂੰ ਇਹ ਆਪਣੀ ਭਾਸ਼ਾ ਦੇ ਵਿੱਚ ਬਾਊਲਰ ਵੀ ਕਹਿ ਦਿੰਦੇ ਨੇ। ਤੇ ਹੁਣ ਉਸ ਨੂੰ ਜਿਹੜੀ ਮੇਨ ਮਸ਼ੀਨ ਉਸ ਨੂੰ ਹੈਂਡਲ ਕਰ ਰਹੀ ਹੈ, ਜਿਹੜੀ ਮੁੱਖ ਮਸ਼ੀਨ ਨੇ ਉਹ ਇਹ ਹੈ ਜੀ। ਇਸ ਨੇ ਸਾਰਾ ਜਿਹੜਾ ਸਿਸਟਮ ਹੈ ਉਹ ਚਲਾ ਰਹੀ ਹੈ ਮਸ਼ੀਨ। ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਕਸੇਨਾ ਸਾਹਿਬ, ਉਹ ਆਪਨੇ ਦੱਸਿਆ ਸੀ ਜਿੱਦਾਂ ਤਾਪ ਦੀ ਭੱਠੀ ਦੇ ਵਿੱਚ ਉਹ ਸਾਰਾ ਕੁਝ ਜਾ ਰਿਹਾ ਹੈਗਾ। ਉਸ ਤੋਂ ਬਾਅਦ ਇਹ ਮਸ਼ੀਨ ਬਾਰੇ ਤੁਸੀਂ ਦੱਸ ਰਹੇ ਸੀ, ਕੀ स्पेसिफिकेशन से इस मशीन दिया? नहीं, अगर स्पेसिफिकेशन, टेक्निकल स्पेसिफिकेशन की अगर अपन बात करें तो हमेशा इलेक्ट्रिकल जनरेटिंग जो इक्विपमेंट होते हैं उनका होता है मेगावाट के टर्म में, कि कितना मैक्सिमम मेगावाट वो जनरेट कर सकते हैं। तो हमारे जो स्पेसिफिकेशन है उसके हिसाब से ये जो मेरा इक्विपमेंट है ये 20 मेगावाट तक बिजली पैदा कर सकता है। 20 मेगावाट, राइट? तो ये 20 मेगावाट का मशीन है। पहला जो आप ब्लू कलर में देख रहे हैं वो टरबाइन है, जहाँ पे स्टीम हम एडमिट कर रहे हैं, वो स्टीम इस टरबाइन को रोटेट कर रही है। ये हमारा लास्ट में जो आप देख रहे हैं ये जनरेटर है, जो कि उस टरबाइन के साथ कपल है। तो इन टर्न जैसी टरबाइन घूमती है तो आपका जनरेटर भी घूमता है, और जनरेटर घूमने के कारण जो आपका मैग्नेटिक फील्ड में जो घूमता है उससे इलेक्ट्रिसिटी पैदा होती है। तो द कैपेसिटी ऑफ द इक्विपमेंट इज़ 20 मेगावाट। अच्छा सक्सेना साहब, ਜਿਹੜੀ ਉਹ ਪਰਾਲੀ ਹੈਗੀ ਹੈ ਉਸ ਦੀ ਜਿਹੜੀ ਗੱਠਾਂ ਹੈ ਉਸ ਤੋਂ ਬਾਅਦ ਜਿਹੜੀ ਵੇਸਟੇਜ ਹੈ ਉਹ ਫਿਰ ਕਿੱਥੇ ਜਾ ਰਹੀ ਹੈ? किसी भी फ्यूल के जो वेस्टेज होते हैं वो मेजर जो वेस्ट होता है दैट कम्स इन फॉर्म ऑफ द एस, ओके? तो इसका भी एस जनरेट होता है जिसको हम कलेक्ट करते हैं।
कन्वेइंग सिस्टम है, उससे कलेक्ट करते हैं, कलेक्ट करने के बाद उसको बाहर डंप करते हैं। बाहर डंप करने के साथ पर्टिकुलरली बाहर डंप करने का मतलब इसका जो मेजर आप बोल सकते हैं डंपिंग का है बेसिकली फॉर द अर्थ फिलिंग। जहाँ पे भी गड्ढे वगैरह हैं वहाँ पे हम ऐश को डालते हैं, फिर उसके बाद उसमें एक सॉइल का लेयर देते हैं, उसके बाद फिर से इसको डालते हैं। इस तरह से ये प्रोसेस चलती है। इसके अलावा काफ़ी कुछ इंडस्ट्री हैं जो इस ऐश को इस्तेमाल करती हैं। जैसे आपका सीमेंट इंडस्ट्री हो गया, वो इस्तेमाल करते हैं। ब्रिक इंडस्ट्री हो गया, वो इस्तेमाल करते हैं। रोड वगैरह का बनाने का जो काम है वो भी इस्तेमाल करते हैं इस ऐश का। सर एक ये है स्टीम जो स्टीम हो रही है, बन रही है, उससे बिजली पैदा हो रही है, उसके बारे में थोड़ा बताइए। स्टीम का मतलब बेसिकली द वेपर फॉर्म ऑफ द वाटर, राइट। वाटर को हम पानी को गर्म करके जो स्टीम बना रहे हैं, जब हम इसको स्टीम को एडमिट करते हैं तो कोई भी इक्विपमेंट लाइक टू से दिस टरबाइन इज़ डिज़ाइंड फॉर सर्टेन प्रेशर एंड टेम्परेचर ऑफ द स्टीम। तो हम बॉयलर से जो स्टीम जनरेट कर रहे हैं उतने प्रेशर और टेम्परेचर पे हमको देना है टरबाइन को, तभी वो एफिशिएंटली काम करेगी, राइट। तो इसके जैसे आप अगर इसकी बात करो तो जैसे हमारा है कि टरबाइन एडमिशन प्रेशर 96 kg होना चाहिए पर सेंटीमीटर स्क्वायर, टेम्परेचर करीब 540 होना चाहिए। तो ये पैरामीटर्स हैं स्टीम के जो हम मेंटेन करते हैं। अच्छा, ये मशीन ਜਿਹੜੀ ਹੈ ਉਹ ਹੁਣ ਬਿਜਲੀ ਬਣਾ ਰਹੀ ਹੈ, मतलब ये कहना चाह रहे हो तुसी इतों ਹੁਣ बिजली तैयार हो रही है? हाँ जी, बिजली तैयार हो रही है, अभी भी चल रही है बिजली। आप वहाँ पे देख सकते हैं जो DCS में हमने आपको दिखाया, वहाँ पे आप लिखा हुआ देख सकते हैं कितना मेगावाट इस समय हम जनरेट कर रहे हैं। हाँ, कुछ आ रहेगा सिस्टम, सारा कुछ आ जाएगा। इस तो बाद ਹੁਣ ਅੱਗੇ ਬਿਜਲੀ ਕਿੱਥੇ ਜਾ ਰਹੀ ਹੈ ਸਰਕਾਰ? मैं आपको नीचे जाके बता दूंगा कि इसके बाद बिजली कहाँ जाती है। ਓਕੇ, ਤੇ ਇਹ ਹੁਣ ਅੱਗੇ ਚੱਲਦੇ ਆ ਜਿੱਥੇ ਜਿਹੜੀ ਬਿਜਲੀ ਹੈ ਉਹ ਪੈਦਾ ਹੋ ਕੇ ਜਾ ਰਹੀ ਹੈ, ਉਹ ਤੁਹਾਨੂੰ ਅਗਲੇ ਇਸ ਦੇ ਨਾਲ ਹੀ ਜੁੜੇ ਹੋਏ ਪਾਰਟ ਦੇ ਵਿੱਚ ਦਿਖਾ ਰਹੇ ਆ ਕਿ ਉਹ ਬਿਜਲੀ ਕਿੱਥੇ ਜਾਏਗੀ, ਕਿਸ ਤਰੀਕੇ ਨਾਲ ਅਗਲਾ ਪ੍ਰੋਸੈਸ ਕੀ ਹੈ। ਸੋ ਫਾਈਨਲੀ ਜੀ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਬਿਜਲੀ ਬਣ ਰਹੀ ਹੈ ਤੇ ਪਿੱਛੇ ਤੁਹਾਨੂੰ ਟਰਾਂਸਫਾਰਮ ਨਜ਼ਰ ਆ ਰਹੇ ਹੋਣਗੇ ਜਿੱਥੋਂ ਬਿਜਲੀ ਪ੍ਰੋਡਿਊਸ ਹੋ ਕੇ ਹੁਣ ਇੱਥੇ ਗਵਰਨਮੈਂਟ ਨੂੰ ਉਹ ਦਿੱਤੀ ਜਾ ਰਹੀ ਹੈ ਤੇ ਇੱਥੋਂ ਹੀ ਜਿਹੜੀ ਹੁਣ ਅੱਗੇ ਤਾਰਾਂ ਦੇ ਜ਼ਰੀਏ ਖੰਭਿਆਂ ਦੇ ਜ਼ਰੀਏ ਹੁਣ ਬਿਜਲੀ ਅੱਗੇ ਜਾਏਗੀ। ਤਾਂ ਸਕਸੇਨਾ ਸਾਹਿਬ ਬਿਜਲੀ ਇੱਥੇ ਤੱਕ ਤਾਂ ਅਸੀਂ ਪਹੁੰਚ ਗਏ ਹਾਂ ਜੀ ਫਾਈਨਲੀ। ਹੁਣ ਅੱਗੇ ਦਾ ਸਿਸਟਮ ਕੀ ਹੈ, पूरी जाती है बिजली के रास्ते च कुंडियाँ लग जाती हैं किते? रास्ते की कुंडियों का तो पता नहीं सर, क्योंकि बेसिकली जो ट्रांसमिशन लॉसेस होते हैं एज अ होल अगर बोला जाए तो इंडिया बहुत टॉप पे आता है। और ट्रांसमिशन लॉस में मेजर जो चीज़ आपने वो कुंडी वाली बात बोली, उसमें काफ़ी लोगों का योगदान रहता है। यहाँ पे कितनी कुंडियाँ लगी हैं वो हमें पता नहीं है, ओके। लेकिन जहाँ तक ये है कि ये जो मेज़रमेंट की बात है कि हम कितनी बिजली फिरोज साहब में दे रहे हैं और कितनी बिजली उनको मिल रही है, देयर इज़ नॉट एनी सच ग्रेट डिफरेंस अराउंड, ओके। डिफरेंस नहीं होने का मतलब ये है कि शायद यहाँ पे वो कुंडियाँ नहीं लगी हैं, राइट। अच्छा सक्सेना ਸਾਹਿਬ ਇੱਕ ਹੋਰ ਹੈਗੀ ਆ, मतलब ਇਹਨਾਂ ਦੀ ਮੇਨਟੇਨੈਂਸ ਵਾਸਤੇ, ਇਹਦੇ ਰੱਖ ਰਖਾਵ ਵਾਸਤੇ ਜ਼ਿਆਦਾਤਰ ਅਸੀਂ ਦੇਖਦੇ ਹਾਂ ਜਿਹੜੀ ਸਰਕਾਰੀ ਸਿਸਟਮ ਹੁੰਦਾ ਹੈਗਾ ਉਹ ਤਾਂ ਤਾਰਾਂ ਖਰਾਬ ਹੀ ਹੋਈ ਰਹਿੰਦੀਆਂ ਨੇ, ਤੁਹਾਡੀਆਂ ਤਾਰਾਂ बिल्कुल सही ਚੱਲਦੀਆਂ? अभी तक तो ठीक चल रही है सर। होपफुली जिस तरह से सिस्टम मेंटेन हो रहा है और जिस तरह से आपका बोल सकते हैं कि पंजाब स्टेट पावर कॉरपोरेशन का सहयोग जो हमें मिल रहा है, सिस्टम इज़ वेरी स्मूथ इनफ, गुड, देयर इज़ नो सच प्रॉब्लम वी आर फेसिंग नाउ। ਅੱਛਾ ਸਕਸੇਨਾ ਸਾਹਿਬ ਉਹ ਕੀ ਹੈ, ਉਹ ਆਪਾਂ ਜਦੋਂ ਰਾਕ ਗਾਰਡਨ 'ਚ ਜਾਈਦਾ ਨਾ, ਰਾਕ ਗਾਰਡਨ ਚੰਡੀਗੜ੍ਹ ਗਏ ਕभी ਰਾਕ ਗਾਰडन? रॉक गार्डन घूमने गए? मैं चंडीगढ़ गया हूँ बट आई कांट रिकॉल। रॉक गार्डन भी गया होगा लेकिन आई कांट रिकॉल एग्जैक्टली कि इस तरह का कुछ है वहाँ पे। ਉੱਥੇ ਨਾ ਇਦਾਂ ਹੀ ਪਾਣੀ ਆਉਂਦਾ ਉੱਪਰੋਂ। अच्छा अच्छा। हाँ, ਇਹ ਉਹੀ ਸਿਸਟਮ है ਜਾਂ कोई ਵੱਖਰਾ? नहीं, ये अलग चीज़ है, इसको हम कूलिंग टावर बोलते हैं। कूलिंग टावर का मतलब ये होता है कि जो हम स्टीम को जो कंडेंस करते हैं पानी के थ्रू, तो वो पानी जब स्टीम को कंडेंस करता है तो गर्म हो जाता है। उस गर्म पानी को हम फिर से यहाँ से रिसर्कुलेट करते हुए ठंडा करते हैं और फिर से वहीं पे कंडेंसर में भेजते हैं। ਪਾਣੀ ਠੰਡਾ ਹੋ ਰਿਹਾ ਹੈਗਾ ਸਿਸਟਮ? पानी ठंडा हो रहा है अभी, पानी ठंडा हो रहा ਇਹ ਹੁਣ ਲਾਸਟ ਹੈਗਾ ਜਾਂ ਅੰਤ ਕਹਿ ਦੋ भी ਹੁਣ ਤੁਹਾਡੀ ਬਿਜਲੀ ਉੱਥੇ बन के जा रही है? है। बस जी, ये हमारा आखिरी पॉइंट बोल सकते हैं। पावर प्लांट प्रीमिसेस में जो आखिरी पॉइंट है वो ये पॉइंट है। यहाँ से अपना हमारा जो फाइनल प्रोडक्ट जो है आप बोल सकते हैं, फाइनल प्रोडक्ट बाहर जा रहा है। ਤਾਂ ਸ਼ੁਕਰੀਆ ਸਰ ਸਾਡਾ ਸਾਥ ਦਿੱਤਾ, धन्यवाद सर, थैंक यू वेरी मच टू यू, थैंक यू मच टू योर टीम। ਸਾਨੂੰ ਜਾਣਕਾਰੀ ਦਿੱਤੀ, ਧੰਨਵਾਦ। धन्यवाद सर, बहुत बहुत धन्यवाद, थैंक यू वेरी मच। ਤਾਂ ਸਕਸੇਨਾ ਸਾਹਿਬ ਨਾਲ ਗੱਲਬਾਤ ਕੀਤੀ ਹੈ ਤਾਂ ਫਾਈਨਲੀ ਤੁਸੀਂ ਦੇਖੋਗੇ ਖੇਤ ਦੇ ਵਿੱਚ ਪਰਾਲੀ ਦੀਆਂ ਗੱਠਾਂ ਤੋਂ ਲੈ ਕੇ ਟਰਾਂਸਫਾਰਮ ਤੱਕ, ਟਰਾਂਸਫਾਰਮ ਤੋਂ ਹੁਣ ਸਰਕਾਰ ਕੋਲੇ ਜਾ ਰਹੀ ਹੈ ਜੀ ਬਿਜਲੀ। ਤੇ ਕੁੰਡੀਆਂ ਦੀ ਗੱਲਬਾਤ ਕੀਤੀ ਹੈ, ਹਾਸੇ ਮਜ਼ਾਕ 'ਚ ਕਹਿੰਦੇ ਕਿ ਸਾਡੀ ਤਾਰ ਦੇ ਉੱਤੇ ਕੋਈ ਕੁੰਡੀ ਨਹੀਂ ਲੱਗਦੀ, ਹਾਲਾਂਕਿ ਸਰਕਾਰੀ ਕੁੰਡੀਆਂ ਬਹੁਤ ਮਸ਼ਹੂਰ ਨੇ। ਤਾਂ ਫਿਰ ਵੀ ਇੱਕ ਕੋਸ਼ਿਸ਼ ਸੀਗੀ ਸਾਡੀ, ਤੁਹਾਨੂੰ ਵਿਖਾਇਆ ਪੂਰਾ ਸਿਸਟਮ ਦਿਖਾਇਆ, ਪਰ ਇਸ ਤੋਂ ਬਾਅਦ ਜਿਹੜੇ ਇਸ ਪੂਰੇ ਸਿਸਟਮ ਨੂੰ ਰਨ ਕਰ ਰਹੇ ਨੇ, ਓਵਰਆਲ ਦੇਖ ਰਹੇ ਨੇ, ਧਰਮਦਾਰ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਸੰਜੇ ਅਹੂਜਾ ਸਾਹਿਬ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ।
ਸੋ ਜੀ ਤੁਹਾਨੂੰ ਖੇਤ ਤੋਂ ਲੈ ਕੇ ਇੰਡਸਟਰੀ ਤੱਕ ਕਿਸ ਤਰੀਕੇ ਨਾਲ ਪਰਾਲੀ ਦੀਆਂ ਗੱਠਾਂ ਪਹੁੰਚਦੀਆਂ ਨੇ, ਮਸ਼ੀਨ ਦੇ ਵਿੱਚ ਕਿਸ ਤਰੀਕੇ ਨਾਲ ਜਾਂਦੀ ਹੈ, ਬਿਜਲੀ ਕਿੱਦਾਂ ਪੈਦਾ ਹੁੰਦੀ ਹੈ, ਉਹ ਤੁਹਾਨੂੰ ਸਾਰਾ ਕੁਝ ਸਮਝਾਇਆ। ਪਰ ਹੁਣ ਜਿਹੜਾ ਇਹ ਸਾਰਾ ਦਾਰੋਮਦਾਰ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਟਿਕਿਆ ਹੋਇਆ ਸੰਜੇ ਅਹੂਜਾ ਜੀ ਇੱਥੇ ਸਾਰਾ ਕੁਝ ਦੇਖਦੇ ਨੇ, ਓਵਰਆਲ ਇੱਥੇ ਹੈੱਡ ਵੀ ਨੇ ਤੇ ਲਗਾਤਾਰ ਮੈਂ ਕਹਿੰਦਾ ਜੇ ਖੇਤ ਦੇ ਵਿੱਚੋਂ ਜਿੰਨੇ ਵੀ ਇਹਨਾਂ ਦੇ ਕੰਮ ਕਰਦੇ ਨੇ ਉਹਨਾਂ ਨਾਲ ਵੀ ਡੀਲ ਕਰਦੇ ਨੇ, ਸਰਕਾਰ ਨੂੰ ਬਿਜਲੀ ਦੇਣ ਤੱਕ ਵੀ ਡੀਲ ਕਰਦੇ ਨੇ। ਕਾਫੀ ਵੱਡੇ ਬੰਦੇ ਨੇ ਭਾਈ, ਗੱਲਬਾਤ ਇਹਨਾਂ ਨਾਲ ਕਰਦੇ ਆ, ਇਹਨਾਂ ਨਾਲ ਵੀ ਜ਼ਰੂਰੀ ਹੈ ਗੱਲਬਾਤ ਕਰਨੀ ਆ। ਅਹੂਜਾ ਸਾਹਿਬ ਅਸੀਂ ਖੇਤਾਂ 'ਚ ਵੀ ਜਾ ਕੇ ਦੇਖਿਆ, ਪੂਰੀ ਇੰਡਸਟਰੀ 'ਚ ਘੁੰਮ ਕੇ ਵੀ ਦੇਖ ਲਿਆ ਹੈਗਾ, ਤੁਹਾਡੇ ਦਿਲ ਦੇ ਵਲਵਲੇ ਕੀ ਨੇ, ਤੁਸੀਂ ਕਿਵੇਂ ਸੋਚਦੇ ਹੋ, ਕਿਸ ਤਰੀਕੇ ਨਾਲ ਤੁਸੀਂ ਅੱਜ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਦੱਸਣਾ ਚਾਹੋਗੇ? ਮੇਰਾ ਜਿਹੜਾ ਮੇਨ ਇਸ ਕੰਪਨੀ ਦਾ ਜਿਹੜਾ ਵਿਜ਼ਨ ਹੈਗਾ ਉਹ ਹੈਗਾ ਤਾਂ ਕਿ ਸੋਸ਼ੋ ਇਕਨੋਮਿਕ ਕੰਡੀਸ਼ਨਸ ਪੰਜਾਬ ਦੀਆਂ ਠੀਕ ਹੋਣ। ਇਸ ਇੰਡਸਟਰੀ ਨਾਲ ਬਹੁਤ ਸਾਰੀਆਂ ਸੋਸ਼ੋ ਇਕਨੋਮਿਕ ਕੰਡੀਸ਼ਨਸ ਸਾਡੇ ਏਰੀਏ ਦੀਆਂ ਅਸੀਂ ਸੁਧਾਰ ਸਕੇ ਹੈਗੇ ਆ ਤੇ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਇਹਨਾਂ ਨੂੰ ਹੋਰ ਸੁਧਾਰੀਏ। ਅਸੀਂ ਅਗਰ ਸ਼ੁਰੂਆਤ ਕਰੀਏ ਤੇ ਇੱਕ ਫਾਰਮਰ ਤੋਂ ਲੈ ਕੇ ਇੱਕ ਲੇਬਰਰ ਤੱਕ ਤੇ ਇੱਕ ਕੰਟਰੈਕਟਰ ਤੱਕ ਸਾਰੇ ਇਸ ਇੰਡਸਟਰੀ ਤੋਂ ਪੈਸੇ ਕਮਾਉਂਦੇ ਹੈਗੇ ਆ ਤੇ ਉਹਨਾਂ ਦੇ ਘਰ ਚੱਲਦੇ ਹੈਗੇ ਆ। ਔਨ ਐਨ ਐਵਰੇਜ ਇੱਕ ਇੰਡਸਟਰੀ ਦੇ ਨਾਲ, ਇੱਕ ਪਲਾਂਟ ਦੇ ਨਾਲ 5 ਤੋਂ 6 ਹਜ਼ਾਰ ਆਦਮੀ ਡਾਇਰੈਕਟਲੀ ਤੇ ਇਨਡਾਇਰੈਕਟਲੀ ਜੁੜਿਆ ਹੋਇਆ ਹੈ, ਜਿਹੜੇ ਇਸ ਇੰਡਸਟਰੀ ਤੋਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਹੈਗੇ ਆ, ਜਿੰਦੇ ਵਿੱਚ ਉਹਨਾਂ ਦੀਆਂ ਲੇਡੀਜ਼ ਵੀ ਕੰਮ ਕਰਦੀਆਂ ਹੈਗੀਆਂ ਤੇ ਸਾਰੇ ਕਰਦੇ ਹੈਗੇ ਆ। ਉਹਨਾਂ ਦੇ ਘਰ ਦੇ ਜਿੰਨੇ ਵੀ ਪਰਿਵਾਰ ਦੇ ਆਦਮੀ ਹੈਗੇ ਆ ਸਾਰੇ ਇਹ ਕੰਮ 'ਚ ਲੱਗੇ ਹੋਏ ਹੈਗੇ ਆ। ਸਾਡੇ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਪ੍ਰਦੂਸ਼ਣ ਦਾ ਖਿਆਲ ਕਰਨਾ। ਵੀ ਹੈਵ ਟੂ ਲੁੱਕ ਆਫਟਰ ਦ ਪੋਲਿਊਸ਼ਨ ਲੈਵਲਸ ਐਂਡ ਸੈਕੰਡਲੀ ਜਿਹੜਾ ਅਸੀਂ ਹੈਗਾ ਹੈ ਕਿ ਸਾਡੇ ਏਰੀਏ ਦੀ, ਬਿਕੋਜ਼ ਫਿਰੋਜ਼ਪੁਰ ਤੇ ਜੈਤੋ ਬਹੁਤ ਪਿਛੜੇ ਹੋਏ ਏਰੀਏ ਹੈਗੇ ਆ ਤੇ ਸਾਡਾ ਮਕਸਦ ਇਹੋ ਸੀਗਾ ਪਲਾਂਟ ਇੱਥੇ ਲਗਾਉਣ ਦਾ ਕਿ ਅਸੀਂ ਇਹਨਾਂ ਦੇ ਸੋਸ਼ੋ ਇਕਨੋਮਿਕ ਨੂੰ ਅਸੀਂ ਸੁਧਾਰ ਸਕੀਏ, ਵਿਚ ਵੀ ਹੈਵ ਬੀਨ ਏਬਲ ਟੂ। ਅਸੀਂ ਇਹਨਾਂ ਨੂੰ ਸੁਧਾਰ ਕੀਤਾ ਹੈਗਾ ਐਂਡ ਕੋਸ਼ਿਸ਼ ਕਰਾਂਗੇ ਕਿ ਹੋਰ ਅਸੀਂ ਸੁਸਾਇਟੀ ਵਾਸਤੇ ਹੋਰ ਕੁਝ ਕਰ ਸਕੀਏ। ਅਹੂਜਾ ਸਾਹਿਬ ਜੈਤੋ ਦੇ ਵਿੱਚ ਵੀ ਤੁਹਾਡੀ ਇਸ ਤਰੀਕੇ ਨਾਲ ਇਹ ਪਰਾਲੀ ਤੋਂ ਬਿਜਲੀ ਬਣਾਉਣ ਵਾਲੀ ਇੰਡਸਟਰੀ ਹੈ, ਹੋਰ ਵੀ ਬਹੁਤ ਜਗ੍ਹਾ ਹੈਗੀ ਹੈ ਪੰਜਾਬ ਦੇ ਵਿੱਚ ਤੇ ਇਸ ਨੂੰ ਜੇ ਮੈਂ ਇਸ ਤਰੀਕੇ ਨਾਲ ਸਮਝਣਾ ਹੋਵੇ, ਜੇ ਤੁਸੀਂ 2 3 4 ਜਿੰਨੀ ਵੀ ਤੁਹਾਡੀਆਂ ਫੈਕਟਰੀਜ਼ ਨੇ ਉਸ ਦੇ ਵਿੱਚ ਤੁਸੀਂ ਹੁਣ ਤੱਕ ਕਿੰਨੇ ਕੁ ਕਿਸਾਨਾਂ ਦੀ ਫਸਲ ਉਹ ਸੜਨੋਂ ਬਚਾਈ ਹੈ? ਸਭ ਤੋਂ ਪਹਿਲੀ ਗੱਲ ਇਹ ਹੈ ਕਿਉਂਕਿ ਇੰਡਸਟਰੀ ਬਹੁਤ ਵੱਡੀ ਹੈ, ਸ਼ਾਇਦ ਅੰਕੜਾ ਵੀ ਬਹੁਤ ਵੱਡਾ ਹੋਊਗਾ, ਪਹਿਲਾਂ ਇਹਦੇ ਬਾਰੇ ਅੰਕੜੇ ਬਾਰੇ ਦੱਸਿਓ। ਅਸੀਂ ਫਿਰੋਜ਼ਪੁਰ, ਜੈਤੋ ਤੇ ਚੰਨੂ ਸਾਡੀਆਂ 3 ਪਲਾਂਟ ਚੱਲਦੇ ਪਏ ਹੈਗੇ ਆ। ਇਹਨਾਂ ਤਿੰਨਾਂ ਪਲਾਂਟਾਂ ਦੇ ਵਿੱਚ ਅਸੀਂ ਅਪਰੋਕਸੀਮੇਟਲੀ 3 ਲੱਖ ਏਕੜ ਦੀ ਪੈਡੀ ਸਟਰॉ ਖਰੀਦੀ ਹੈਗੀ ਹੈ। 3 ਲੱਖ ਏਕੜ ਦੀ 3 ਲੱਖ ਏਕੜ ਦੀ ਪੈਡੀ ਸਟਰॉ ਅਸੀਂ ਖਰੀਦੀ ਹੈਗੀ ਹੈ ਤੇ ਅਸੀਂ ਉਹਨਾਂ ਨੂੰ ਆਪਣੇ ਸਟੋਰ ਅਸੀਂ ਬਣਾਏ ਹੈਗੇ ਆ। ਸਾਡੇ ਕੋਲ ਟੋਟਲ 52 ਸੈਂਟਰ ਅਸੀਂ ਖੋਲ੍ਹੇ ਇਹਨਾਂ ਤਿੰਨਾਂ ਜਗ੍ਹਾ ਦੇ ਵਿੱਚ ਤੇ ਉੱਥੇ ਅਸੀਂ ਇਹਨਾਂ ਨੂੰ ਪੂਰੇ ਸਾਲ ਵਾਸਤੇ ਸਟੋਰ ਕੀਤਾ ਹੈਗਾ। ਅੱਛਾ ਅਹੂਜਾ ਸਾਹਿਬ, ਇਹਦਾ 30 ਤੋਂ 45 ਦਿਨ ਦਾ ਸੀਜ਼ਨ ਹੁੰਦਾ ਹੈਗਾ, ਪਰ ਇਹ ਫੈਕਟਰੀ ਫਿਰ ਤੁਹਾਡੀ 2 ਮਹੀਨੇ 3 ਮਹੀਨੇ ਕੰਮ ਕਰਦੀ ਹੈ, ਉਸ ਤੋਂ ਬਾਅਦ ਸਾਰਾ ਸਾਲ ਬੰਦ ਰਹਿੰਦੀ ਹੈ? ਨਹੀਂ, ਇਹ ਜਿਹੜਾ ਅਸੀਂ ਸਾਰਾ ਏਰੀਆ ਇਕੱਠਾ ਕਰਨੇ ਹੈਗੇ ਆ, ਇਹ ਸਾਡਾ 365 ਦਿਨ ਕੰਮ ਕਰਦੀ ਹੈਗੀ ਹੈ। ਅਸੀਂ ਇਹ ਸਾਡੇ ਵਾਸਤੇ ਸਭ ਤੋਂ ਵੱਡਾ ਚੈਲੰਜ ਇਹੋ ਹੈਗਾ ਕਿ ਅਸੀਂ ਇਹ ਪਰਾਲੀ ਨੂੰ 30 ਤੋਂ 35 ਦਿਨਾਂ ਦੇ ਵਿੱਚ ਅਸੀਂ ਇਹ 3 ਲੱਖ ਟਨ ਪਰਾਲੀ 4 ਲੱਖ ਟਨ ਪਰਾਲੀ ਅਸੀਂ ਇਕੱਠੀ ਕਰਨੀ ਹੁੰਦੀ ਹੈ। ਇਹ ਸਾਡੇ ਅਸੀਂ 2 ਪਲਾਂਟਾਂ ਵਾਸਤੇ ਤੇ 1 ਲੱਖ ਟਨ ਸਾਨੂੰ ਪਰਾਲੀ ਇਕੱਠੀ ਕਰਨੀ ਪੈਂਦੀ ਹੈਗੀ ਸਾਡੇ ਚੰਨੂ ਪਲਾਂਟ ਵਾਸਤੇ। ਟੋਟਲ ਅਸੀਂ 5 ਲੱਖ ਟਨ ਪਰਾਲੀ ਇਕੱਠੀ ਕਰਨੇ ਹੈਗੇ ਆ ਇਹ 3 ਪਲਾਂਟਾਂ ਵਾਸਤੇ। ਤੇ ਇਹ 3 ਪਲਾਂਟਾਂ ਨੂੰ ਸਾਡਾ ਸਭ ਤੋਂ ਵੱਡਾ ਚੈਲੰਜ ਹੁੰਦਾ ਹੈ ਕਿ 30 ਦਿਨ ਦੇ ਵਿੱਚ ਅਸੀਂ ਇਹਨਾਂ ਨੂੰ ਕਿਵੇਂ ਇਕੱਠਾ ਕਰੀਏ। ਉਸ ਵਾਸਤੇ ਇਸ ਸਾਲ ਅਸੀਂ ਬਹੁਤ ਵੱਡੇ ਬੇਲਰ ਇੰਪੋਰਟ ਕੀਤੇ ਹੈ US ਤੋਂ, ਕੋਈ UK ਤੋਂ, ਤੇ ਉਹ ਆਮ ਬੇਲਰ ਜਿਹੜਾ ਹੈਗਾ ਉਹ 25 ਤੋਂ 30 ਏਕੜ ਰੋਜ਼ ਦਾ ਕਰਦਾ ਹੈਗਾ। ਜਿਹੜੇ ਅਸੀਂ ਬੇਲਰ ਇਕੱਠੇ ਕੀਤੇ ਬਣਾਏ ਹੈਗੇ ਆ, ਮੰਗਾਏ ਹੈਗੇ ਆ, ਉਹਨਾਂ ਦੀ ਜਿਹੜੀ ਕਪੈਸਿਟੀ ਹੈਗੀ ਹੈ ਉਹ 100 ਤੋਂ 125 ਏਕੜ ਰੋਜ਼ ਕਰਦੇ ਹੈਗੇ ਆ। ਜਿਹੜੀ ਇਹ ਪੁਰਾਣੇ ਬੇਲਰ ਸੀਗੇ ਜਿਹੜੇ ਪੁਰਾਣੇ ਲੋਕ ਆਮ ਚਲਾਉਂਦੇ ਹੈਗੇ ਆ, ਉਹ ਬੇਲਰ ਦੀ ਗੱਠ ਸੀਗੀ 20 ਕਿਲੋ ਦੀ। ਹੁਣ ਜਿਹੜੀ ਸਾਡੀ ਗੱਠ ਬੰਦੀ ਪਈ ਹੈ ਉਹ 4.5 ਕੁਇੰਟਲ ਦੀ ਗੱਠ ਬਣ ਰਹੀ ਹੈਗੀ ਹੈ। ਤੇ ਇਸ ਨੂੰ ਸਿਰਫ ਇਸ ਵਾਸਤੇ ਕਿ ਅਸੀਂ 45 ਦਿਨਾਂ ਦੇ ਵਿੱਚ ਜਾਂ 40 ਦਿਨ ਦਾ ਜਿਹੜਾ ਸੀਜ਼ਨ ਹੁੰਦਾ ਹੈ ਉਸ ਦੇ ਵਿੱਚ ਅਸੀਂ ਜਲਦੀ ਤੋਂ ਜਲਦੀ ਕਿਸਾਨ ਦਾ ਖੇਤ ਖਾਲੀ ਕਰ ਸਕੀਏ ਤਾਂ ਕਿ ਉਹ ਪਰਾਲੀ ਨੂੰ ਅੱਗ ਨਾ ਲਾਵੇ। ਅਹੂਜਾ ਸਾਹਿਬ, ਇੱਕ ਤਾਂ ਗੱਲ ਤੁਸੀਂ ਕਰ ਦਿੱਤੀ ਹੈ, ਇਸ ਤੋਂ ਇਲਾਵਾ ਜੇ ਮੰਨ ਲਓ ਤੁਹਾਡੀ ਇੰਡਸਟਰੀ ਦੀ ਗੱਲ ਕਰੀਏ, ਪੂਰੇ ਪੰਜਾਬ ਦੇ ਵਿੱਚ ਇਹੋ ਜਿਹੀ ਪਰਾਲੀ ਨੂੰ ਸਾਂਭਣ ਦੀਆਂ ਕਿੰਨੀ ਕੁ ਇੰਡਸਟਰੀਆਂ ਨੇ? ਤੁਸੀਂ ਕੀ ਮੰਨਦੇ ਹੋ ਕਿੰਨੇ ਕੁ ਇੰਡਸਟਰੀਆਂ ਦੀ ਘਾਟ ਹੈ ਜਾਂ ਕਿੰਨਾ ਕੁ ਪੈਸਾ ਲੱਗੂਗਾ, ਜਾਂ ਜੇ ਸਰਕਾਰ ਇਨਵੈਸਟ ਕਰੇ ਜਾਂ ਫਿਰ ਕੋਈ ਪ੍ਰਾਈਵੇਟ ਪਲੇਅਰ ਆਉਂਦੇ ਨੇ ਤਾਂ ਕਿੰਨਾ ਕੁ ਖਰਚਾ ਪਾਣੀ ਹੋ ਜਾਂਦਾ ਹੈਗਾ? ਇਸ ਨੂੰ ਅਗਰ ਸਰਕਾਰ ਇਹ ਟੋਟਲ ਇੰਡਸਟਰੀਆਂ ਲੱਗਣਗੀਆਂ, ਜੇ 15 ਇੰਡਸਟਰੀਆਂ ਇਸ ਤਰ੍ਹਾਂ ਦੀਆਂ ਹੋਰ ਲੱਗ ਜਾਣ ਤੇ ਮੇਰਾ ਨਹੀਂ ਖਿਆਲ ਹੈਗਾ ਕਿ ਪੰਜਾਬ ਦੇ ਵਿੱਚ ਇੱਕ ਤੀਲਾ ਵੀ ਪਰਾਲੀ ਦਾ ਬਲ ਸਕਦਾ ਹੈ। ਇਸ ਤਰ੍ਹਾਂ ਦੇ ਸਿਰਫ 10 ਤੋਂ 15 ਪਲਾਂਟ ਲੱਗ ਜਾਣ
ਤੇ ਸਾਰੀ ਸਮੱਸਿਆ ਪਰਾਲੀ ਦੀ ਖਤਮ ਹੋ ਜਾਏਗੀ ਤੇ ਉਹਦੇ ਵਿੱਚ ਪ੍ਰਾਈਵੇਟ ਇਨਵੈਸਟਰ ਹੀ ਕੰਮ ਕਰਨਗੇ ਜੀ। ਸਾਨੂੰ ਮੌਕਾ ਦੇਣਗੇ ਤਾਂ ਅਸੀਂ ਵੀ ਲਗਾ ਦਿਆਂਗੇ ਹੋਰ। ਤੇ ਬਾਕੀ ਇਹ ਸਰਕਾਰ ਤੇ ਡਿਪੈਂਡ ਕਰਦਾ ਹੈਗਾ ਸਰਕਾਰ ਕੀ ਸੋਚਦੀ ਹੈ, ਕਿਵੇਂ ਸੋਚਦੀ ਹੈਗੀ ਹੈ। ਊਜਾ ਸਾਹਿਬ, ਕਾਰੋਬਾਰੀਆਂ ਨਾਲ ਜਦੋਂ ਗੱਲ ਕਰੀਦੀ ਹੈ ਉਹ ਕਹਿੰਦੇ ਨੇ ਕਿ ਸਰਕਾਰਾਂ ਦੀ, ਲੀਡਰਾਂ ਦੀ ਤੇ ਅਫਸਰਾਂ ਦੀ ਜੇਬ ਗਰਮ ਕਰਨੀ ਪੈਂਦੀ ਹੈ। ਕਿੰਨੀ ਕੁ ਜੇਬ ਗਰਮ ਕਰੀ ਫਿਰ? ਅਸੀਂ ਜੀ ਕੋਈ ਪੈਸਾ ਨਹੀਂ ਦਿੱਤਾ, ਕੋਈ ਅਸੀਂ ਸਰਕਾਰ ਦੇ ਕਿਸੇ ਦਾ ਜੇਬ ਗਰਮ ਨਹੀਂ ਕੀਤੀ। ਅਸੀਂ ਬਿਲਕੁਲ ਇਹ ਜੇ ਸੇਲ ਕੰਪਨੀ ਹੈਗੀ ਹੈ ਇਸ ਚੀਜ਼ 'ਤੇ ਯਕੀਨ ਨਹੀਂ ਰੱਖਦੀ ਤੇ ਨਾ ਹੀ ਕਦੀ ਇਸ ਚੀਜ਼ ਦੇ ਉੱਤੇ ਇਹਨਾਂ ਨੇ ਯਕੀਨ ਰੱਖਣਾ ਹੈਗਾ। ਇਸ ਕੰਪਨੀ ਦਾ ਬੜਾ ਹੀ ਇੱਕ ਕਲੀਅਰ ਕੱਟ ਹੈਗਾ ਕਿ ਨਾ ਕਿਸੇ ਨੂੰ ਅੰਡਰ ਹੈਂਡ ਕਿਸੇ ਨਾਲ ਡੀਲਿੰਗ ਕਰਨੀ ਹੈ। ਐਵਰੀਥਿੰਗ ਇਜ਼ ਔਨ ਬੋਰਡ। ਦਿਸ ਇਜ਼ ਅ ਲਿਮਿਟਿਡ ਕੰਪਨੀ। ਇਨ ਦਿਸ ਲਿਮਿਟਿਡ ਕੰਪਨੀ ਅਸੀਂ ਇਹ ਕੋਈ ਐਸਾ ਕੰਮ ਨਾ ਕਰ ਸਕਨੇ ਆ ਤੇ ਨਾ ਕਰਨੇ ਆ ਤੇ ਨਾ ਹੀ ਸਾਡੇ ਡਾਇਰੈਕਟਰਸ ਦੀ ਤੇ ਮੈਨੇਜਿੰਗ ਡਾਇਰੈਕਟਰ ਮਿਸਟਰ ਆਵਲਾ ਦੀ ਇਹ ਸੋਚ ਹੈਗੀ ਹੈ ਕਿ ਅਸੀਂ ਇਹ ਕੁਝ ਕਰੀਏ। ਊਜਾ ਸਾਹਿਬ, ਬਹੁਤ ਸਾਰੇ ਨਾ ਜਿਹੜੇ ਲੋਕ ਹੁੰਦੇ ਨੇ ਸ਼ਾਇਦ ਇਸ ਪ੍ਰੋਗਰਾਮ ਤੋਂ ਬਾਅਦ ਵੀ ਕਹਿਣਗੇ ਕਿ ਇੰਡਸਟਰੀ ਹੈ ਜਿਹੜੀ, ਬਹੁਤ ਸਾਰੇ ਲੋਕਾਂ ਨੂੰ ਤੁਸੀਂ ਰੁਜ਼ਗਾਰ ਦਿੱਤਾ, ਪਰ ਬਹੁਤ ਸਾਰੇ ਲੋਕ ਨਾ ਸਵਾਲ ਵੀ ਖੜੇ ਕਰਦੇ ਨੇ ਕਿ ਸੱਚ ਵੀ ਹੈਗਾ ਇਹਦੇ ਵਿੱਚ ਬਹੁਤ ਹੱਦ ਤੱਕ ਕਿ ਬਹੁਤ ਸਾਰੇ ਇੰਡਸਟਰੀ ਵਾਲੇ ਫਿਰ ਕਾਨੂੰਨ ਨੂੰ ਛਿੱਕੇ ਟੰਗ ਦਿੰਦੇ ਨੇ। ਤੁਸੀਂ ਕਿੰਨੇ ਕਾਨੂੰਨ ਛਿੱਕੇ ਟੰਗਦੇ ਹੋ? ਅਸੀਂ ਜੀ 99.9999% ਅਸੀਂ ਕਾਨੂੰਨ ਨੂੰ ਮੰਨਦੇ ਆ। ਅਸੀਂ ਐਜ਼ ਪਰ ਲਾਅ ਹੀ ਸਾਰਾ ਕੰਮ ਕਰਨਾ ਹੈ। ਐਜ਼ ਪਰ ਲਾਅ ਜੋ ਅਸੀਂ ਲਾਅ ਦੇ ਵਿੱਚ ਲਿਖਿਆ ਹੋਇਆ ਹੈ, ਜੋ ਲਾਅ ਦੀਆਂ ਬਲੂ ਬੁੱਕਸ ਹੈਗੀਆਂ ਜਾਂ ਜੋ ਬਿਊਰੋਕਰੇਟਸ ਨੇ ਬੁੱਕਸ ਬਣਾਈਆਂ ਹੋਈਆਂ ਹੈਗੀਆਂ, ਉਹ ਬੁੱਕਸ ਦੇ ਨਾਲ ਹੀ ਅਸੀਂ ਕੰਮ ਕਰਨੇ ਹੈਗੇ ਆ। ਵੀ ਆਰ 100% ਡੂ ਵਾਟ ਐਵਰ ਵੀ ਡੂ ਇਟ ਇਜ਼ ਵਿਦ ਲਾਅ, ਅੰਡਰ ਦੀ ਲਾਅ, ਅੰਡਰ ਦੀ ਗਾਈਡੈਂਸ, ਅੰਡਰ ਦੀ ਵਾਟ ਐਵਰ ਆਰ ਦੀ ਲਾਅਜ਼ ਪ੍ਰਸਕ੍ਰਾਈਬਡ ਬਾਈ ਦਾ ਗਵਰਨਮੈਂਟ। ਅੱਛਾ, ਜੇ ਸਰਕਾਰ ਚਾਹਵੇ, ਜੇ ਸਰਕਾਰ ਇਹਨੂੰ ਕਰਨਾ ਚਾਹਵੇ ਤਾਂ ਕਿੰਨਾ ਕੁ ਖਰਚਾ ਉਹ ਹੋ ਸਕਦਾ ਇੱਕ ਪਲਾਂਟ ਦੇ ਉੱਤੇ? ਤੁਸੀਂ ਮੰਨਦੇ ਹੋ ਕਿ ਸਰਕਾਰ ਕਰੇ ਤਾਂ ਜ਼ਿਆਦਾ ਬੈਟਰ ਹੈ? ਸਰਕਾਰ ਕਰ ਸਕਦੀ ਹੈਗੀ ਹੈ। ਸਰਕਾਰ ਨੇ ਪਹਿਲੇ ਵੀ ਕੀਤਾ ਸੀਗਾ ਲੇਕਿਨ ਸਰਕਾਰ ਕਦੀ ਕਾਮਯਾਬ ਨਹੀਂ ਹੋਈ ਐਸੇ ਉੱਤੇ। ਇਹ ਤਾਂ ਪ੍ਰਾਈਵੇਟ ਸੈਕਟਰ 'ਚ ਲੋਕਾਂ ਨੂੰ ਕਰਨਾ ਪਏਗਾ। ਆਈ ਡੋਂਟ ਥਿੰਕ ਸੋ ਕਿ ਸਰਕਾਰ ਦੇ ਵਿੱਚ ਇਹ ਕੰਮ ਚਲਾ ਸਕਦੀ ਹੈਗੀ। ਸਰਕਾਰ ਦਾ ਕੰਮ ਇੰਡਸਟਰੀ ਚਲਾਉਣਾ ਨਹੀਂ ਹੈਗਾ। ਸਰਕਾਰ ਦਾ ਕੰਮ ਤਾਂ ਆਦੀ ਸਰਕਾਰ ਚਲਾਉਣਾ ਹੈਗਾ। ਇਹ ਬਾਕੀ ਦੇ ਸ਼ੁੱਡ ਲੀਵ ਇਟ ਟੂ ਦ ਇੰਡਸਟਰੀਅਲ ਸੈਕਟਰ ਐਂਡ ਦੇ ਵਿਲ ਡੂ ਦ ਵਰਕ ਫॉर them। ਅੱਛਾ, ਜੇ ਰੁਜ਼ਗਾਰ ਦੀ ਗੱਲ ਕਰੀਏ ਤਾਂ ਇਸ ਏਰੀਏ ਨੂੰ, ਜਿਹੜਾ ਇਹ ਆਪਾਂ ਫਿਰੋਜ਼ਪੁਰ ਦਾ ਏਰੀਆ ਇਹ ਪੈਂਦਾ ਹੈਗਾ, ਤੇ ਇਹਦੇ ਵਿੱਚ ਨਾ ਇਹਨੂੰ ਕਹਿੰਦੇ ਨੇ ਬਾਰਡਰ ਵਾਲਾ ਏਰੀਆ, ਪਛੜਿਆ ਹੋਇਆ ਏਰੀਆ ਜ਼ਿਆਦਾਤਰ ਲੋਕ ਇਹਨੂੰ ਮੰਨਦੇ ਨੇ ਕਿਉਂਕਿ ਨਾ ਤਾਂ ਇੰਡਸਟਰੀ ਉਸ ਤਰੀਕੇ ਨਾਲ ਆਈ। ਤੁਸੀਂ ਇੱਥੇ ਰੁਜ਼ਗਾਰ ਦੇਣ 'ਚ ਕਿੰਨੇ ਕੁ ਕਾਮਯਾਬ ਹੋਏ ਹੋ ਤੇ ਕੀ ਤੁਹਾਡੇ ਜਿਹੜੇ ਇੱਥੇ EMPLOYE ਕੰਮ ਕਰਦੇ ਨੇ, ਮੁਲਾਜ਼ਮ ਕੰਮ ਕਰਦੇ ਨੇ, ਉਹਨਾਂ ਦੇ ਦਿਲ ਦੇ ਵਲਵਲੇ ਕੀ ਨੇ ਸਿੱਧੇ ਤੌਰ ਤੇ, ਅਸਿੱਧੇ ਤੌਰ ਤੇ? ਕਿੰਨੇ ਕੁ ਵਰਕਰ ਤੁਹਾਡੇ ਨਾਲ ਜੁੜੇ ਹੋਏ ਨੇ ਜੇ ਤੁਹਾਡੀ ਇਸ ਪਰਾਲੀ ਤੋਂ ਜਿਹੜਾ ਬਿਜਲੀ ਬਣਾਉਣ ਵਾਲੀ ਫੈਕਟਰੀ ਦੇ ਵਿੱਚ? ਸਾਡੇ ਨਾਲ ਡਾਇਰੈਕਟ ਇੰਪਲੋਇਮੈਂਟ ਹੈਗੀ ਹੈ ਜੀ 500 ਤੋਂ 600 ਵਰਕਰ ਦੀ। ਉਹਦੇ ਵਿੱਚ ਕੋਈ ਜ਼ਿਆਦਾ ਪੜ੍ਹੇ ਲਿਖੇ ਲੋਕਾਂ ਦੀ ਲੋੜ ਨਹੀਂ ਹੁੰਦੀ ਹੈਗੀ ਹੈ। ਇਹ ਜਿਹੜੇ 12th ਪਾਸ, ਗ੍ਰੇਡ ਪਾਸ ਲੋਕ ਹੈਗੇ ਆ, ਮੇਨਲੀ ਅਸੀਂ ਉਹ ਰੱਖੇ ਹੋਏ ਆ ਜਿਹੜੇ ਸਾਡੇ ਸੈਂਟਰ ਚਲਾਉਂਦੇ ਹੈਗੇ ਆ। ਇਹਨਾਂ ਨੂੰ ਸਿਰਫ ਐਕਸਪੀਰੀਅੰਸ ਦੀ ਲੋੜ ਹੁੰਦੀ ਹੈਗੀ ਹੈ। ਬਾਕੀ ਉਸ ਤੋਂ ਇਲਾਵਾ ਜਿੰਨਾ ਵੀ ਸਾਡੇ ਕੋਲ 5000 ਕਿਸਾਨ ਤੇ ਵਰਕਰ ਸਾਡੇ ਨਾਲ ਜੁੜਿਆ ਹੋਇਆ ਹੈਗਾ, ਉਹ ਵੀ ਸਾਰਾ ਉਹ ਆਦਮੀ ਹੈਗਾ ਜਿਹੜਾ 10th ਗ੍ਰੇਡ ਤੇ 12th ਗ੍ਰੇਡ ਪਾਸ ਹੈ, ਜਿਨੇ ਸਾਰਾ ਹੀ ਕੰਮ ਕਰਦੇ ਹੈਗੇ। ਲੇਬਰ ਦਾ ਵੀ ਕੰਮ ਕਰਦੇ ਹੈਗੇ, ਲੇਡੀਜ਼ ਵੀ ਲੇਬਰ ਦਾ ਕੰਮ ਕਰਦੀਆਂ ਹੈਗੀਆਂ, ਜਿਨ੍ਹਾਂ ਨੇ ਗੱਠਾਂ ਚੱਕਣੀਆਂ ਹੈਗੀਆਂ, ਜਿਨ੍ਹਾਂ ਨੇ ਸਟੈਕਿੰਗ ਕਰਨੀ ਹੈਗੀ ਹੈ। ਫਿਰ ਬਹੁਤ ਸਾਰੇ ਟਰੈਕਟਰ ਸਾਡੇ ਨਾਲ ਜੁੜੇ ਹੋਏ ਹੈਗੇ ਆ। ਕੋਈ 500 ਤੋਂ 1000 ਟਰੈਕਟਰ ਸਾਡੇ ਨਾਲ ਜੁੜਿਆ ਹੋਇਆ, 700-800 ਟਰੈਕਟਰ ਸਾਡੇ ਨਾਲ ਜੁੜਿਆ ਹੋਇਆ ਜਿਹੜੀ ਸਾਡੀ ਟਰਾਂਸਪੋਰਟੇਸ਼ਨ ਕਰਦਾ। ਤੇ ਇਸ ਏਰੀਏ ਦੇ ਵਿੱਚ ਅਗਰ ਮੈਂ ਕਹਾਂਗਾ ਤਾਂ ਟੋਟਲ 5000 ਲੋਕ ਇਨਡਾਇਰੈਕਟਲੀ ਸਾਡੇ ਨਾਲ ਜੁੜੇ ਹੋਏ ਹੈਗੇ। ਅੱਛਾ, ਪਿਛਲੇ ਵਾਰ ਤੁਸੀਂ ਕਿੰਨੀ ਕੁ ਅੰਕੜਾ ਪੇਸ਼ ਕਰਦੇ ਹੋ? ਤੁਹਾਡੇ ਵੱਲੋਂ ਕੀ ਦਾਵਾ ਕਿ ਇੰਨੀ ਕੁ ਲੱਖ ਜਿਹੜੀ ਏਕੜ ਜ਼ਮੀਨ ਦੇ ਵਿੱਚ ਤੁਸੀਂ ਪਰਾਲੀ ਨੂੰ ਅੱਗ ਲੱਗਣ ਤੋਂ ਬਚਾ ਲਈ? ਸਰ ਇਹ ਤਾਂ ਬੜਾ ਕਲੈਰਿਟੀ ਹੈਗੀ ਹੈ। ਸਾਡੇ ਵਿੱਚ 2 ਲੱਖ ਟਨ ਸਾਨੂੰ ਪਰਾਲੀ ਸਾਨੂੰ ਚਾਹੀਦੀ ਹੁੰਦੀ ਹੈ ਤੇ 2 ਲੱਖ ਟਨ ਅਸੀਂ ਪਰਾਲੀ ਇੱਥੇ ਯੂਜ਼ ਕਰਨੇ ਹੈਗੇ ਆ। ਅੱਛਾ, ਪੂਰੀ ਪੈ ਜਾਂਦੀ ਹੈ? ਹਾਂ, ਪੂਰੀ ਪੈ ਜਾਂਦੀ ਹੈ ਜੀ। ਜੇ ਇਕੱਠਾ ਕਰ ਲਈਏ ਠੀਕ ਤਾਂ ਪੂਰੀ ਪੈ ਜਾਂਦੀ ਹੈ। ਜੇ ਸਾਡੇ ਕੋਲ ਸਮਾਨ ਇਹ ਨਹੀਂ ਹੁੰਦਾ ਹੈਗਾ, ਸਾਡੇ ਕੋਲ ਬੇਲਰ ਨਹੀਂ ਆਉਂਦੇ ਜਾਂ ਕੰਟਰੈਕਟਰ ਅਸੀਂ ਆਦਾ ਇਨਫਰਾਸਟ੍ਰਕਚਰ ਕ੍ਰੀਏਟ ਨਹੀਂ ਕਰਦੇ ਤੇ ਫਿਰ ਪੂਰੀ ਨਹੀਂ ਪਏਗੀ ਜੀ। ਇਹ ਤਾਂ ਅਸੀਂ ਆਦਾ ਇਨਫਰਾਸਟ੍ਰਕਚਰ ਪੂਰਾ ਕ੍ਰੀਏਟ ਕੀਤਾ ਹੋਇਆ ਹੈਗਾ, ਇਸ ਵਾਸਤੇ ਸਾਨੂੰ ਪਰਾਲੀ ਦੀ ਕੋਈ ਦਿੱਕਤ ਨਹੀਂ ਆਉਂਦੀ। ਅੱਛਾ, ਇੱਕ ਗੱਲ ਦੱਸਿਓ ਕਿ ਤੁਸੀਂ ਤਾਂ ਇਹ ਉਦਮ ਕਰ ਰਹੇ ਹੋ, ਉਸ ਤੋਂ ਬਾਅਦ ਬਹੁਤ ਸਾਰੇ ਲੋਕ ਤੁਹਾਡੇ ਏਰੀਆ ਦੇ ਵਿੱਚ ਵੀ ਅਸੀਂ ਦੇਖਿਆ ਕਿ ਪਰਾਲੀ ਨੂੰ ਅੱਗ ਲਾ ਰਹੇ ਨੇ, ਸਾੜ ਰਹੇ ਨੇ। ਫਿਰ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਕੀ ਮਜਬੂਰੀ ਹੈ? ਕਿਉਂਕਿ ਤੁਹਾਡੇ ਤਾਂ ਚਲੋ ਏਰੀਆ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਕਿਹਾ ਕਿ ਬਹੁਤ ਚੰਗੀ ਗੱਲ ਹੈ ਇੰਡਸਟਰੀ ਲੱਗੀ ਹੈ, ਪਰ ਅਜੇ ਵੀ ਬਹੁਤ ਸਾਰੇ ਕਿਸਾਨ ਕਰਦੇ ਨੇ। ਉਹਨਾਂ ਨੂੰ ਫਿਰ ਕੀ ਤੁਹਾਡਾ ਸਲਾਹ ਮਸ਼ਵਰਾ ਕੀ ਦੇਣਾ ਚਾਹੋਗੇ? ਅਸੀਂ ਤਾਂ ਇਹੋ ਗੱਲ ਕਰਾਂਗੇ ਕਿ ਪਰਾਲੀ ਨੂੰ ਅੱਗ ਨਹੀਂ ਲਾਣੀ ਚਾਹੀਦੀ ਤੇ ਪਰਾਲੀ ਨੂੰ ਅੱਜ ਪਰਾਲੀ ਦੀ ਬਹੁਤ ਡਿਮਾਂਡ ਹੋ ਗਈ ਹੈ ਤੇ ਪਰਾਲੀ ਨੂੰ ਸਾਡੇ ਅਸੀਂ ਇੰਡਸਟਰੀ ਵੀ ਯੂਜ਼ ਕਰ ਰਹੇ ਹਾਂ, ਹੋਰ ਇੰਡਸਟਰੀਜ਼ ਵੀ ਆ ਰਹੀਆਂ ਹੈਗੀਆਂ ਜਿਹੜੀਆਂ ਇਹਨੂੰ ਯੂਜ਼ ਕਰ ਰਹੀਆਂ ਹੈਗੀਆਂ। ਤੇ ਅਸੀਂ ਤਾਂ ਇਹ ਕਹਾਂਗੇ ਕਿ ਜਿਹੜਾ ਕਿਸਾਨ ਹੈਗਾ ਉਹਨੂੰ ਜਲਦੀ ਨਹੀਂ ਕਰਨੀ ਚਾਹੀਦੀ, ਉਹਨੂੰ 5-7 ਦਿਨ ਦੇਣੇ ਚਾਹੀਦੇ ਹੈਗੇ, 10 ਦਿਨ। ਉਹ ਕਹਿੰਦੇ ਕਿ ਸਵੇਰੇ ਮੈਂ ਫਸਲ ਨੂੰ ਕੱਟਾਂ ਤੇ ਸ਼ਾਮੀ ਮੈਂ ਉਹਨੂੰ ਵਾਹ ਕੇ ਤੇ ਤੀਜੇ ਦਿਨ ਮੈਂ ਕਣਕ ਬੀਜ ਦਿਆਂ। ਜੇ ਉਹ 15-20 ਦਿਨ ਦਿੰਦਾ ਹੈਗਾ ਵਿਚਕਾਰ ਤੇ ਉਹਦੀ ਪਰਾਲੀ ਚੱਕੀ ਜਾਂਦੀ ਹੈਗੀ ਹੈ। ਲੇਕਿਨ ਜੇ ਕਈ ਕਿਸਾਨ ਬੜੇ ਉਤਾਵਲੇ ਹੁੰਦੇ ਹੈਗੇ ਆ
ਤੇ ਉਹ ਚਾਹੁੰਦੇ ਹੈ ਜੀ ਕਿ ਮੇਰਾ ਤਾਂ 3 ਦਿਨਾਂ ਹੀ ਕੰਮ ਹੋ ਜਾਏ। ਉਹ ਵਿੱਚ ਪੋਸੀਬਲ ਨਹੀਂ ਹੁੰਦਾ, ਕਿਉਂਕਿ ਉਹਦੇ ਵਿੱਚ ਮੋਇਸਚਰ ਹੁੰਦਾ ਹੈਗਾ। ਪਹਿਲੇ ਤੁਹਾਨੂੰ ਪਰਾਲੀ ਨੂੰ ਰੀਪਰ ਮਾਰਨਾ ਪੈਂਦਾ ਤੇ ਰੀਪਰ ਤੋਂ ਬਾਅਦ ਉਹਨੂੰ ਸੁਕਾਉਣਾ ਪੈਂਦਾ ਹੈਗਾ 2-3 ਦਿਨਾਂ ਵਾਸਤੇ, ਤੇ ਫਿਰ ਉਹਦੇ ਤੇ ਬੇਲਰ ਲੱਗਦਾ ਹੈਗਾ। ਉਹ ਜੋ ਸਭ ਬਿਜਲੀ ਪੈਦਾ ਹੁੰਦੀ ਹੈ, ਕਿੰਨੀ ਕੁ ਬਿਜਲੀ ਇੱਥੇ ਪ੍ਰੋਡਿਊਸ ਹੋ ਜਾਂਦੀ ਹੈ, ਕਿੰਨੀ ਕੁ ਫਿਰ ਸਰਕਾਰ ਨਾਲ ਕਿਸ ਪੈਸੇ ਦੇ ਉੱਤੇ ਜੇ ਦੱਸਣਾ ਚਾਹੋ ਤਾਂ? ਸਰ ਇਹ ਬਿਜਲੀ ਅਸੀਂ 18,000 ਯੂਨਿਟ ਪਰ ਆਵਰ ਪ੍ਰੋਡਿਊਸ ਕਰਨੇ ਹੈਗੇ ਆ ਇਹ, ਤੇ ਸਾਡੀ 550 ਟਨ ਪਰਾਲੀ ਰੋਜ਼ ਦੀ ਲੱਗਦੀ ਹੈਗੀ ਹੈ। 18,000 ਯੂਨਿਟ ਪਰ ਆਵਰ ਨੂੰ ਅਸੀਂ ਬਣਾਉਣ ਵਾਸਤੇ, ਤੇ ਸਰਕਾਰ ਦਾ ਫਿਕਸ ਰੇਟ ਹੈਗਾ ਉਹ ਸਾਨੂੰ ਮਿਲਦਾ ਹੈਗਾ ਜੀ। ਹਾਂਜੀ, ਸਰਕਾਰ ਨਾਲ ਸਾਡਾ ਐਗਰੀਮੈਂਟ ਹੋਇਆ ਹੈ 25 ਸਾਲਾਂ ਦਾ, ਉਸ ਹਿਸਾਬ ਦੇ ਨਾਲ ਸਾਨੂੰ ਪੈਸੇ ਮਿਲਦੇ ਜੀ। ਅੱਛਾ ਊਜਾ ਸਾਹਿਬ, ਆਖਰੀ ਸਵਾਲ ਹੈ ਤਾਂ ਜਿਹੜੇ ਇਸ ਵੇਲੇ ਬਹੁਤ ਸਾਰੇ ਲੋਕ ਤੁਹਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਤੁਹਾਡੇ ਨਾਲ ਸ਼ਾਇਦ ਰਾਬਤਾ ਵੀ ਬਾਅਦ ਦੇ ਵਿੱਚ ਕਰਨਾ ਚਾਹੁੰਦੇ ਹੋਣ, ਇਸ ਆਈਡੀਆ ਨੂੰ ਲੈ ਕੇ ਕੰਮ ਵੀ ਕਰਨਾ ਚਾਹੁੰਦੇ ਹੋਣ, ਤਾਂ ਉਹਨਾਂ ਨੂੰ ਤੁਹਾਡਾ ਕੋਈ ਸੁਝਾਅ ਕਿਸ ਤਰੀਕੇ ਨਾਲ ਹੋਏਗਾ, ਕੀ ਅਪੀਲ ਕਰਨਾ ਚਾਹੋ? ਮੈਂ ਕਹਾਂਗਾ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਬੇਲਰ ਹੋਣੇ ਚਾਹੀਦੇ ਹੈ। ਵੱਡੇ ਬੇਲਰ ਵੀ ਗਵਰਨਮੈਂਟ ਨੂੰ ਮੁਹੱਈਆ ਕਰਾਉਣੇ ਚਾਹੀਦੇ ਹੈ। ਸਬਸਿਡੀਆਂ ਦੇਣੀਆਂ ਚਾਹੀਦੀਆਂ ਹਰ ਪਿੰਡ 'ਚ 2, ਜਾਂ ਜਿਵੇਂ ਕੰਬਾਈਨ ਨੂੰ ਇੱਕ ਇਹਨਾਂ ਨੇ ਬਣ ਗਿਆ ਹੈਗਾ ਕਿ ਕੰਬਾਈਨਾਂ ਹਰ ਪਿੰਡ 'ਚ 3-3 4-4 ਕੰਬਾਈਨਾਂ ਹੈਗੀਆਂ। ਇਸੇ ਤਰ੍ਹਾਂ ਹਰ ਪਿੰਡ ਦੇ ਵਿੱਚ 3-3 ਜਦੋਂ 4-4 ਬੇਲਰ ਹੋ ਜਾਣਗੇ ਤੇ ਫਿਰ ਪਰਾਲੀ ਨੂੰ ਅੱਗ ਨਹੀਂ ਲੱਗੇਗੀ, ਤੇ ਉਹ ਪਰਾਲੀ ਨੂੰ ਯੂਜ਼ ਕਰਨ ਵਾਸਤੇ ਵੀ ਇੰਡਸਟਰੀ ਲਾਣੀ ਚਾਹੀਦੀ ਹੈ ਤਾਂ ਕਿ ਪਰਾਲੀ ਨੂੰ ਯੂਜ਼ ਕੀਤਾ ਜਾ ਸਕੇ। ਧੰਨਵਾਦ ਊਜਾ ਸਾਹਿਬ। ਹਾਂਜੀ, ਤੇ ਬਾਕੀ ਮੇਰੀ ਇਹੋ ਸੁਝਾਅ ਹੈਗਾ ਗਵਰਨਮੈਂਟ ਨੂੰ ਕਿ ਹਰ ਪਿੰਡ ਦੇ ਵਿੱਚ ਅਗਰ 4-4 ਬੇਲਰ, ਜਿਵੇਂ ਕੰਬਾਈਨ ਇੱਕ ਇੰਡਸਟਰੀ ਬਣੀ ਹੈਗੀ ਹੈ ਕਿ ਹਰ ਪਿੰਡ 'ਚ 4-4 ਕੰਬਾਈਨਾਂ ਦੇ ਨਾਲ ਹੋ ਰਿਹਾ ਹੈਗਾ, ਇਸੇ ਤਰ੍ਹਾਂ ਇੱਕ ਵੱਡਾ ਬੇਲਰ ਹਰ ਪਿੰਡ 'ਚ ਹੋਵੇ ਤੇ 2-2 3-3 ਛੋਟੇ ਬੇਲਰ ਹੋਣ ਤਾਂ ਕਿ ਹਰ ਪਿੰਡ ਦਾ ਕੰਮ ਹੋ ਸਕੇ। ਧੰਨਵਾਦ ਸਾਹਿਬ, ਗੱਲਬਾਤ ਕੀਤੀ, ਸਮਾਂ ਦਿੱਤਾ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਵੈਰੀ ਮਚ ਜੀ। ਇਟਸ ਮਾਈ ਆਨਰ ਟੂ ਹੈਵ ਯੂ ਔਨ ਦ ਟੀਵੀ। ਥੈਂਕ ਯੂ। ਤਾਂ ਇਹ ਸੰਜੇ ਅਹੂਜਾ ਜੀ ਨਾਲ ਗੱਲਬਾਤ ਕੀਤੀ ਹੈ। ਤਾਂ ਬਿਲਕੁਲ ਅੱਜ ਤੁਹਾਨੂੰ ਕੋਸ਼ਿਸ਼ ਕੀਤੀ ਹੈ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਖੇਤ ਤੋਂ ਲੈ ਕੇ ਇੰਡਸਟਰੀ ਤੱਕ ਬਿਜਲੀ ਕਿੱਦਾਂ ਪੈਦਾ ਹੁੰਦੀ ਹੈ, ਉਸ ਤੋਂ ਬਾਅਦ ਕਿਸਾਨਾਂ ਨੂੰ ਕੀ ਫਾਇਦਾ ਹੁੰਦਾ, ਕੀ ਨੁਕਸਾਨ ਹੁੰਦਾ ਹੈ, ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇੱਕ ਤਾਂ ਇਹਦੇ ਵਿੱਚੋਂ 2-3 ਚੀਜ਼ਾਂ ਪਲੱਸ ਪੁਆਇੰਟ ਇਹ ਨਿਕਲੀਆਂ ਨੇ। ਇੱਕ ਤਾਂ ਕਿਸਾਨ ਦੀ ਜਿਹੜੀ ਫਸਲ ਉਹ ਸਾਂਭੀ ਗਈ, ਉਹ ਜਿਹੜੀ ਪਰਾਲੀ ਨੂੰ ਉਹਨੇ ਅੱਗ ਲਾਉਣੀ ਸੀ ਉਹ ਬਚ ਗਈ, ਉਸ ਦੇ ਮਿੱਤਰ ਕੀੜੇ ਤਬਾਹ ਹੋਣ ਤੋਂ ਬਚ ਕੇ। ਤੀਸਰਾ, ਬਾਰਡਰ ਏਰੀਆ ਦੇ ਵਿੱਚ ਇਹ ਹੈਗਾ ਫਿਰੋਜ਼ਪੁਰ ਦੇ ਵਿੱਚ ਫੈਕਟਰੀ, ਤਾਂ ਇੱਥੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਿਆ। ਚੰਗੀ ਗੱਲ ਹੈ। ਅਸੀਂ ਤਾਂ ਉਮੀਦ ਪਾਈ ਕਰਦੇ ਹਾਂ ਕਿ ਸਾਰੇ ਪੋਲੀਟੀਕਲ ਪਾਰਟੀਆਂ ਇਸ ਪਾਸੇ ਸੋਚਣ, ਸਾਰੇ ਲੀਡਰ ਇਸ ਪਾਸੇ ਸੋਚਣ, ਜਿਹੜਾ ਸੁਰਖਰੂ ਹੈ, ਜਿਹੜਾ ਇੰਡਸਟਰੀ ਵਾਲਾ ਹੈ ਉਹ ਇਸ ਪਾਸੇ ਸੋਚੇ, ਕਿਉਂਕਿ ਕਿਸਾਨਾਂ ਦੇ ਉੱਤੇ ਪਰਚੇ ਪਾ ਦੇਣੇ, ਕਿਸਾਨਾਂ ਨੂੰ ਰੈੱਡ ਐਂਟਰੀ ਦੇ ਵਿੱਚ ਪਾ ਦੇਣਾ ਇਹ ਮਸਲੇ ਦਾ ਹੱਲ ਨਹੀਂ ਹੈ। ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ। ਇਸ ਬਾਰੇ ਕੁਛ ਨਾ ਕੁਛ ਕਿਸਾਨਾਂ ਨੂੰ ਵਿਕਲਪ ਦੇ ਰੂਪ ਦੇ ਵਿੱਚ ਦੇਣਾ ਚਾਹੀਦਾ ਹੈ ਤਾਂ ਕਿ ਕਿਸਾਨ ਵੀ ਆਪਣੀ ਫਸਲ ਨੂੰ ਚੰਗੇ ਦਾਮ ਦੇ ਉੱਤੇ ਵੇਚ ਸਕਣ, ਆਪਣੀ ਪਰਾਲੀ ਨੂੰ ਅੱਗ ਲਾਉਣ ਤੋਂ ਬਚਾ ਸਕਣ। ਅਸੀਂ ਸਭ ਜਾਣਦੇ ਹਾਂ ਕਿਸਾਨ ਕੋਈ ਖੁਸ਼ੀ ਨਾਲ ਨਹੀਂ ਫਸਲ ਨੂੰ, ਆਪਣੀ ਪਰਾਲੀ ਨੂੰ ਅੱਗ ਲਾਉਂਦਾ, ਆਪਣੇ ਖੇਤ ਦੇ ਵਿੱਚ ਅੱਗ ਲਾਉਣਾ ਚਾਹੁੰਦਾ, ਪਰ ਮਜਬੂਰੀ ਉਸ ਨੂੰ ਲਾ ਦਿੰਦੀ ਹੈ। ਪਰ ਇੱਕ ਕੋਸ਼ਿਸ਼ ਇਹਨਾਂ ਨੇ ਕੀਤੀ ਹੈ, ਕੋਸ਼ਿਸ਼ ਤੁਹਾਨੂੰ ਵਿਖਾਉਣ ਦੀ ਸਾਡੀ ਵੀ ਕੋਸ਼ਿਸ਼ ਸੀ। ਹੁਣ ਤੁਹਾਡੀ ਕੋਸ਼ਿਸ਼ ਸਾਨੂੰ ਇਹ ਹੈ ਕਿ ਤੁਸੀਂ ਆਪਣੀ ਜਿਹੜੀ ਟਿੱਪਣੀ ਹੈ ਉਹ ਸਾਨੂੰ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਜ਼ਰੂਰ ਦੇਣਾ। ਫਿਲਹਾਲ ਕੈਮਰਾਮੈਨ ਦੀਪਕ ਦੇ ਨਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।